ਨਮੋ ਬੁੱਧਾ, ਜੈ ਭੀਮ, ਜੈ ਪ੍ਰਬੁੱਧ ਭਾਰਤ। ਜੋ ਕਿ ਯੂਰਪ ਅਤੇ ਬਾਕੀ ਦੇਸ਼ਾਂ ਦੇ ਵਿੱਚ ਦੇਖ ਰਹੇ ਦਰਸ਼ਕਾਂ ਦਾ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟੇਨ ਵੱਲੋਂ ਸਥਾਪਿਤ ਕੀਤੇ ਗਏ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਲੋਟਸ ਟੀਵੀ ਵੱਲੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤਰਸੇਮ ਕੌਲ ਅੱਜ ਫਿਰ ਆਪ ਦੇ ਲਈ ਇੱਕ ਸਪੈਸ਼ਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ, ਕਿਉਂਕਿ ਆਪ ਸਭ ਜਾਣਦੇ ਹੋ ਕਿ ਅੱਜ 1 ਜਨਵਰੀ ਹੈ 2023 ਦਾ ਨਵਾਂ ਸਾਲ ਚੜਿਆ ਹੈ। ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਵੱਲੋਂ ਲੋਟਸ ਟੀਵੀ ਵੱਲੋਂ ਇਸ ਨਵੇਂ ਸਾਲ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ। ਅਸੀਂ ਇਸੇ 'ਤੇ ਅੱਜ ਸਪੈਸ਼ਲ ਪ੍ਰੋਗਰਾਮ ਲੈ ਕੇ ਆਏ ਹਾਂ ਜੋ 1 ਜਨਵਰੀ ਹੈ। 1 ਜਨਵਰੀ ਨੂੰ ਕੀ ਹੋਇਆ ਉਸ ਬਾਰੇ ਤੁਹਾਨੂੰ ਲੇਟਰ ਅਸੀਂ ਦੱਸਾਂਗੇ। ਇਸ ਤੋਂ ਪਹਿਲਾਂ ਜੋ ਅੱਜ ਦਾ ਪ੍ਰੋਗਰਾਮ ਹੈ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਇਸ ਨੂੰ ਸਪਾਂਸਰ ਕੀਤਾ ਗਿਆ ਹੈ, ਸੇਵਾ ਲਈ ਗਈ ਹੈ ਸਾਡੇ ਗਲਾਸਗੋ ਤੋਂ ਬਹੁਤ ਹੀ ਹਰਮਨ ਪਿਆਰੇ ਸਾਡੇ ਸੁਖਦੇਵ ਸਾਂਗਰੇ ਜੀ ਔਰ ਜੋਗਾ ਰਾਮ ਸਾਂਗਰੇ ਜੀ ਜੋ ਫੈਮਿਲੀ ਹੈ, ਉਹਨਾਂ ਨੇ ਅੱਜ ਦਾ ਪ੍ਰੋਗਰਾਮ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਲਿਆ ਹੈ ਔਰ ਸਾਰਿਆਂ ਨੂੰ ਵਧਾਈ ਦੇ ਰਹੇ ਹਨ, ਸਾਰੇ ਸੰਸਾਰ ਨੂੰ ਵਧਾਈ ਦੇ ਰਹੇ ਹਨ ਔਰ ਸਾਰਿਆਂ ਦੀ ਖੁਸ਼ਹਾਲੀ ਦੀ ਤੇ ਉਹਨਾਂ ਨੂੰ ਮਨੋਕਾਮਨਾ ਕਰ ਰਹੇ ਹਨ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਗਰ ਜੇ ਤੁਸੀਂ ਇਸ ਸੇਵਾ ਲੈਂਦੇ ਹੋ, ਸਪਾਂਸਰ ਕਰਦੇ ਹੋ, ਤਾਂ ਹੀ ਅਸੀਂ ਇਹ ਲੋਟਸ ਟੀਵੀ ਜੋ ਹੈ ਅਸੀਂ ਆਪ ਤੱਕ ਘਰ ਘਰ ਪਹੁੰਚਾ ਰਹੇ ਹਾਂ। ਇਹ ਜੋ ਲੋਟਸ ਟੀਵੀ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਮਿਸ਼ਨ ਦੀ ਗੱਲ ਕਰਦਾ ਹੈ ਅਤੇ ਤਥਾਗਤ ਬੁੱਧ ਦੇ ਧੰਮ ਦੀ ਗੱਲ ਕਰਦਾ ਹੈ। ਇਹੋ ਹੀ ਸਾਡਾ ਮਿਸ਼ਨ ਹੈ। ਅਸੀਂ ਇਸ ਨੂੰ ਅੱਗੇ ਲੈ ਕੇ ਤੁਰੇ ਹੋਏ ਹਾਂ। ਅਸੀਂ ਇੱਕ ਵਾਰੀ ਫਿਰ ਸਾਂਗਰਾ ਪਰਿਵਾਰ ਦਾ ਜੋ ਕਿ ਗਲਾਸਗੋ ਵਿੱਚ ਰਹਿ ਰਹੇ ਹਨ, ਪਹਿਲਾਂ ਤਾਂ ਉਹ ਬੁਲਹੰਟ ਜੀ ਰਿਹਾ ਕਰਦੇ ਸਨ ਪਰ ਕਾਫੀ ਦੇਰ ਹੋ ਗਈ ਬਿਜ਼ਨਸ ਦੇ ਲਈ ਉਹ ਆਪਣੇ ਗਲਾਸਗੋ ਗਏ ਸੀ, ਪਰ ਉਹ ਜਗ੍ਹਾ ਜ਼ਰੂਰ ਉਹਨਾਂ ਨੇ ਬਦਲੀ ਹੈ ਲੇਕਿਨ ਉਹਨਾਂ ਦਾ ਜੋ ਮਨ ਨਹੀਂ ਬਦਲਿਆ ਹੈਗਾ। ਉਹ ਹਮੇਸ਼ਾ ਕਮੇਟੀ ਦੇ ਨਾਲ ਡਾਕਟਰ ਅੰਬੇਡਕਰ ਦੇ ਮਿਸ਼ਨ ਦੇ ਨਾਲ ਹਮੇਸ਼ਾ ਹੀ ਸਾਡੇ ਨਾਲ ਸਹਿਮਤ ਹੋਏ ਹਨ। ਤੋਂ ਇੱਕ ਵਾਰੀ ਫਿਰ ਮੈਂ ਸਾਂਗਰਾ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਸਾਥ ਦੇਣ ਲਈ ਬਹੁਤ ਹੀ ਜਾਣੇ ਪਛਾਣੇ, ਜਿਸ ਨੂੰ ਤੁਸੀਂ ਬਹੁਤ ਵਾਰੀ ਟੈਲੀਵਿਜ਼ਨ 'ਤੇ ਦੇਖਿਆ ਹੈ, ਇੱਕ ਬਹੁਤ ਵੱਡੀ ਹਸਤੀ ਮੈਂ ਤਾਂ ਕਹੂੰਗਾ ਜਿਨ੍ਹਾਂ ਤੋਂ ਮੈਂ ਜੈ ਭੀਮ ਕਹਿਣਾ ਸਿੱਖਿਆ ਹੈ। ਜਦੋਂ ਦਾ ਮੈਂ ਇੱਥੇ ਆਇਆ ਮੈਂ ਉਦੋਂ ਦਾ ਇਹਨਾਂ ਨੂੰ ਦੇਖਦਾ ਹਾਂ ਕਿ ਇਹਨਾਂ ਨੇ ਬਾਬਾ ਸਾਹਿਬ ਦੇ ਮਿਸ਼ਨ ਲਈ ਆਪਣੀ ਸਾਰੀ ਜ਼ਿੰਦਗੀ ਲਾਈ ਹੈ। ਮੇਰੀ ਮੁਰਾਦ ਬਿਸ਼ਨ ਦਾਸ ਮੇਅਰ ਜੀ, ਐਕਸ ਮੇਅਰ ਆਫ ਵੋਲਹੈਂਪਟਨ, ਤੁਹਾਡਾ ਲੋਟਸ ਟੀਵੀ 'ਤੇ ਆਇਆ ਦਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਕੌਲ ਜੀ। ਬਹੁਤ ਬਹੁਤ ਤੁਸੀਂ ज़्यादा कुछ कह गए मेरे बारे में। चलो नमो बुद्धा, जय भीम, जय भारत। प्यारे दर्शकों, ਅੱਜ 1 ਜਨਵਰੀ ਜਿਸ ਤਰ੍ਹਾਂ ਕੌਲ ਹੁਣੀ ਕਿਹਾ 2023 ਦਾ ਪਹਿਲਾ ਦਿਨ ਹੈ ਔਰ ਇਸ ਨਵੇਂ ਦਿਨ ਦੇ ਉੱਤੇ ਮੈਂ ਸਾਰੇ ਹੀ ਦਰਸ਼ਕਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਉਮੀਦ ਰੱਖਦਾ ਹਾਂ ਕਿ ਵਿਦ ਦ ਬਲੈਸਿੰਗ ਆਫ ਬੁੱਧਾ, ਧੰਮਾ ਔਰ ਸੰਘਾ ਅਸੀਂ ਆਪ ਸਭ ਦੀ ਸੁੱਖ ਸ਼ਾਂਤੀ ਅਤੇ ਚੰਗੀ ਸਿਹਤ ਲਈ ਮਨੋਕਾਮਨਾ ਰੱਖਦੇ ਹਾਂ ਔਰ ਉਮੀਦ ਰੱਖਦੇ ਹਾਂ ਕਿ ਇਹ ਜੋ ਨਵਾਂ ਸਾਲ ਹੈ ਸਭ ਲਈ ਸ਼ਾਂਤਮਈ ਔਰ ਪ੍ਰੇਮ ਭਰਿਆ ਨਵਾਂ ਸਾਲ ਆਵੇ। ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਬੈਨ ਸਾਹਿਬ। ਅਸੀਂ ਤੁਹਾਡੇ ਵੱਲ ਫੇਰ ਆਉਂਦੇ ਹਾਂ। ਵੀ ਆਰ ਵੈਰੀ ਲੱਕੀ ਵੀ ਗਟ ਇਨ ਦ ਸਟੂਡੀਓ ਵੈਨਰੇਬਲ ਅਰੁਣਾ ਸ਼੍ਰੀ ਜੀ, ਮਹਾਥੇਰੋ ਪੰਤੇ ਜੀ, very knowledgeable. We got in our studio. Pante ji, welcome to the Lotus Studio, and please give us a blessing to everybody who are watching the program. Lotus Thank you Studio. very much. Good evening, everyone. Wish you all Happy New Year in 2023. As a monk, I am so pleased in this moment because this is a very unique opportunity at the beginning of year in 2023 to share in the spiritual blessings for the people around the world. I am sure in this auspicious moment you have the confidence with the triple gem, Buddha, Dhamma and Sangha,
And as the people in our daily life, when we are working in our worldly life, we confront many problems, sometimes physically, sometimes mentally as well. In that moment, the spiritual blessings are pretty much important to heal in our mind. My dear noble Dhamma friends, we are shaped our thoughts. We become what we think. If we can pure in our thoughts, in our words, in our actions, trust yourself. You can be happy and contentment of your life. And may many good merits come from you. May all deities protect you by the power of the Buddha, by the power of the Dhamma, by the power of Sangha. May you all be well, happy, peace, prosperity, and good health. May you attain finally, we trust, to attain the Nibbana. So now we are going to share in the spiritual blessings for you all beneficial. Sadhu, sadhu, sadhu. Namo tassa bhagavato arahato samma sambuddhassa. Namo tassa bhagavato arahato samma sambuddhassa. Namo tassa bhagavato arahato samma sambuddhassa. Itipiso bhagavarahang samma sambuddho vijjacharana sampanno sugato lokavidu anuttaro purisa dhamma sarati satta deva manussanang buddho bhagavati. Swakato bhagavata dhammo sandittiko akaliko ehi passiko opanayiko paccattam veditabbo vinyuhiti. Supatipanno bhagavato savaka sangho ujjupatipanno bhagavato savaka sangho nyayapatipanno bhagavato savaka sangho samicipatipanno bhagavato savaka sangho yadidang chantari purisa yugani atta purisa puggala esa bhagavato savaka sangho ahuneyo pahuneyo dakkineyo Anjali karaniyo anuttarang punyak kitang lokansati etena sacca vajjena dukkha upasamintuti etena sacca vajjena bhaya upasamintuti
एतेन सच्च वज्जेन रोगा उपशमिन्तु ते सब्बीतियो विवज्जन्तु सब्ब रोगो विनश्यतु माते भवत्वन्तरायो सुखी दीर्घायुको भव भवतु सब्ब मंगलं रक्षन्तु सब्ब देवता सब्ब बुद्धानुभावेन सदा सुत्ति भवन्तु ते भवतु सब्ब मंगलं रक्षन्तु सब्ब देवता सब्ब धम्मानुभावेन सदा सुत्ति भवन्तु ते भवतु सब्ब मंगलं रक्षन्तु सब्ब देवता सब्ब संगानुभावेन सदा सुत्ति भवन्तु ते अभिवादनशीलिस्स नित्यं वद्दापचायिनो चत्तारो धम्मा वर्धन्ति आयुवन्नो सुखं बलं आयुरारोग्य संपत्ति सग्ग संपत्तिमेव च अतो निब्बान संपत्ति इमिनाते समिज्जतु साधु 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 Thank you, Mataji. Thank you very much. You gave us your valuable time for us. Thank you very much. We will see you again. Now next program we're going to start. Mataji ਦਾ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਸਾਰਿਆਂ ਨੂੰ ਉਹਨਾਂ ਨੇ ਬਲੇਸਿੰਗ ਦਿੱਤੀ ਹੈ ਸਾਡੇ ਤੰਦਰੁਸਤੀ ਲਈ ਸਾਡੀ ਖੁਸ਼ੀ ਲਈ ਅਨਰੋਗੇ ਰਹਿਣ ਲਈ ਔਰ ਨਵੇਂ ਸਾਲ ਦੀ ਇਸ ਬਲੇਸਿੰਗ ਦੇ ਨਾਲ ਅਸੀਂ ਪੰਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਾਂ ਹੁਣ ਅਸੀਂ ਆਪਣਾ ਅਗਲਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਬੈਨ ਸਾਹਿਬ ਇੱਕ ਦੀਵਾਨ ਮਹਿੰਦਰਾ ਜੀ ਦਾ ਇੱਕ ਗੀਤ ਹੈ ਬਿਲਕੁਲ ਸਦਾ ਸੁਖੀ ਰਹੋ ਹਾਂਜੀ ਤਾਂ ਮੈਂ ਆਪਾਂ ਸੁਣਦੇ ਹਾਂ ਪਹਿਲਾਂ ਇੱਕ ਗੀਤ ਸੁਣਦੇ ਹਾਂ ਸਦਾ ਸੁਖ ਦੀਵਾਨ ਮਹਿੰਦਰਾ ਜੀ ਵੌਇਸ ਆਫ ਇੰਡੀਆ ਬਹੁਤ ਅੱਛਾ ਗੀਤ ਹੈ तो आप एक गीत सुनते हैं उस तो बाद अगला प्रोग्राम पेश किया जाएगा थैंक यू जी बुद्ध आए तो आया है ज्ञान बुद्ध कारण है भारत महान बुद्ध की बानी है सब सुखी रहे अमर कहानी है सब सुखी रहे बुद्ध आए तो आया है ज्ञान बुद्ध कारण है भारत महान बुद्ध की बानी है सब सुखी रहे अमर कहानी है सब सुखी रहे सुख नहीं मिल सकता गर तृष्णा का अंत नहीं है दुख मार्ग जो बताए बुद्ध जैसा कोई संत नहीं है सहज स्वभाव निर्मल है बहता पानी है सब सुखी रहे अमर कहानी है
सब सुखी रहे। ना वैर विरोध किसी से, सबसे हम प्यार करें। बुद्ध की यही है शिक्षा, सबका सत्कार करें। बुद्धतम है सदी भी सच, बात से आनी है। सब सुखी रहे, अमर कहानी है। सब सुखी रहे। बुद्ध है एक हकीकत, कोई मिथ्यास नहीं है। बुद्ध बिना हो सकता पूर्ण इतिहास नहीं है। रब नारू की गुंझल है, किधर में परानी है। सब सुखी रहे, अमर कहानी है। सब सुखी रहे। बुद्ध सिखिया जो माने, उसका कल्याण होएगा। कुल दुनिया को सैजल, बुद्ध तम पे मान होएगा। राहत अमन देती जो बुद्ध की बानी है। सब सुखी रहे, अमर कहानी है। सब सुखी रहे, बुद्ध की बानी है। सब सुखी रहे, अमर कहानी है। सब सुखी रहे, बुद्ध की बानी है। सब सुखी रहे। टाइम बच जाता। हाँ ये गल है। हाँ जी, ਤੁਸੀਂ ਗੀਤ ਸੁਣਿਆ ਹੋਵੇਗਾ, ਬਹੁਤ ਅੱਛਾ ਗੀਤ ਸੀ। ਆਪਣੇ ਬੈਂਸ ਸਾਹਿਬ ਦੀਵਾਨ ਮਹਿੰਦਰਾ ਜੀ ਨੇ ਬਹੁਤ ਅੱਛਾ ਇਹ ਗੀਤ ਗਾਇਆ। ਅੱਗੇ ਵੀ ਆਪਾਂ ਸਾਲ 'ਚ ਇੱਕ ਦੋ ਵਾਰੀ ਜ਼ਰੂਰ ਲਾਈਦਾ। ਦੀਵਾਨ ਮਹਿੰਦਰਾ ਦੀ ਬੜੀ ਕੁਰਬਾਨੀ ਆ, ਸਦਾ ਸੁਖੀ ਰਹੋ। ਮਿਸ਼ਨਰੀ ਆ ਬੰਦੇ ਹੈਗੇ ਆ। ਮੇਰੇ ਨਾਲ ਮੇਰੇ ਖਿਆਲ ਜ਼ਿਆਦਾ ਤੁਸੀਂ ਮੇਰੇ ਖਿਆਲ ਜਾਣਦੇ ਦੀਵਾਨ ਮਹਿੰਦਰਾ ਦੀ ਫੈਮਿਲੀ ਸਾਰਿਆਂ ਨੂੰ। ਹਾਂਜੀ ਅੱਛਾ ਜੀ ਅੱਛਾ। ਕਦੋਂ ਕੁ ਜਾਣਦੇ ਜਦੋਂ ਆਪਣੇ? ਦੇਖੋ ਇਹ ਆ ਬਈ ਇਹਨਾਂ ਦੇ ਤਾਇਆ ਜੀ ਸੀ ਹੰਸਰਾਜ ਬਨਾਰਸੀ ਤੇ ਭਾਈ ਗਿੰਦਾ ਦੂਸਰਾ ਛੋਟਾ ਸੋਹਣ ਲਾਲ ਗਿੰਦਾ। ਸੋਹਣ ਲਾਲ ਗਿੰਦਾ ਇਹਨਾਂ ਦਾ ਫਾਦਰ ਜਿਹੜਾ ਸੀਗਾ ਕੀ ਉਹਨਾਂ ਦਾ ਨਾਂ ਸੀਗਾ ਫੁੰਮਣ ਰਾਮ। ਫੁੰਮਣ ਰਾਮ ਅੱਛਾ। ਇਹੋ ਬਿਲਸਟਨ ਰਹਿੰਦੇ ਹੁੰਦੇ ਸੀ ਪਹਿਲਾਂ। ਅੱਛਾ ਜੀ। ਜਦੋਂ ਅਸੀਂ ਨਾ ਪਹਿਲਾਂ ਇੱਥੇ ਬਾਬਾ ਸਾਹਿਬ ਦੇ ਨਾਂ ਤੇ
ਰਿਪਬਲਿਕਨ Group ਗਰੁੱਪ of ਚਲਾਇਆ Group, ਜੀ, ਜੀ। ਔਰ ਉਹ ਬਹੁਤ ਤਗੜੇ ਮੰਨ ਲਓ ਸਾਡੇ ਨਾਲ ਸੀਗੇ ਨਾਲ ਹੈ ਜੀ। ਸੀਗੇ, ਹਾਂਜੀ, ਤੇ ਬਰੈਲੀਨ ਰੋਡ ਜਾਂਦੀ ਆ, ਹਾਂਜੀ, ਉਹ ਹਾਂਜੀ। ਮਲ ਦਾ ਪੱਬ ਉੱਥੇ ਹੁੰਦਾ ਸੀ, ਜੀ, ਹੁਣ ਤਾਂ ਜੀ। ਮਲ ਦਾ ਪੱਬ ਟਾਊਨ ਦੇ ਵਿੱਚ ਸੀ ਨਾ, ਟਾਊਨ ਦੇ, ਬਲਿੰਗਟਨ ਰੋਡ ਤੇ ਹਾਂਜੀ, ਪਹਿਲਾ ਪੱਬ ਹਾਂਜੀ। ਉੱਥੇ ਸੀਗਾ। ਹਾਂਜੀ। ਔਰ ਅਸੀਂ ਉਹਨਾਂ ਨੂੰ ਉੱਥੇ ਮਿਲ ਜਾਂਦੇ ਸੀ। ਹਾਂਜੀ, ਤੇ ਹਾਂਜੀ। ਤੁਹਾਡੇ ਪਿੰਡੋਂ ਰਾਮ ਸਰੂਪ ਵੀ ਉੱਥੇ ਹਾਂ ਰਹਿੰਦਾ। ਰਾਮ ਸਰੂਪ, ਹਾਂ ਰਾਮ ਸਰੂਪ ਸਾਨੂੰ ਉੱਥੇ ਪਤਾ ਲੱਗ ਕਲਕੱਤੇ, ਗਿਆ। ਇਹ ਕਲਕੱਤੇੋਂ ਆਈ ਸੀ ਫੈਮਿਲੀ ਸਾਰੀ ਨਾ, ਹਾਂ, ਤੇ ਰਾਮ ਸਰੂਪ। ਰਾਮ ਸਰੂਪ ਵੀ ਉਹ ਕਲਕੱਤੇ ਉਹਨਾਂ ਦਾ ਵਪਾਰ ਸੀਗਾ। ਹਾਂਜੀ ਹਾਂ ਰਾਮ ਸਰੂਪ ਸਾਡੇ ਉਹ ਭੈਣ ਜੀ ਪਿਆਰੀ, ਹਾਂ। ਉਹ ਹੈ, ਮੈਂ ਜਾਣਦਾ ਉਹਨਾਂ ਨੂੰ। ਅੱਛਾ, ਅੱਛਾ, ਆਹੋ, ਅੱਛਾ। ਤੇ ਉੱਥੇ ਰਹਿੰਦੇ ਹੁੰਦੇ ਸੀਗੇ, ਤਾਂ ਉੱਥੇ ਮੈਂ ਅਸੀਂ ਮਿਲਣ ਜਾਈਦਾ ਸੀ ਇਹਨਾਂ ਹਾਂ, ਨੂੰ, ਠੀਕ, ਔਰ ਜਾ ਕੇ ਮਲ ਦੇ ਪੱਬ 'ਚ ਕਈ ਵਾਰੀ ਬਹਿਣਾ। ਹਾਂਜੀ, ਹਾਂਜੀ। ਔਰ ਆਪਣੇ ਦੀਵਾਨ ਮਿੰਦਰਾ ਜਿਨ੍ਹਾਂ ਦਾ ਗੀਤ ਹੈਗਾ, ਹਾਂਜੀ, ਹਾਂਜੀ। ਇਹਨਾਂ ਦਾ ਫਾਦਰ ਵੀ ਹਾਂਜੀ। ਸ਼ੰਕਰ ਰਾਮ ਹੈ ਸ਼ੰਕਰ ਜੀ, ਰਾਮ, ਸਾਰਿਆਂ ਨੂੰ ਹਾਂ, ਜਾਣਦੇ ਹਾਂ, ਸੀਗੇ। ਇੱਥੇ ਹਾਂ। ਸਟੀਲ ਹਾਊਸ ਲੈਣ 'ਚ ਸਟੀਲ ਹਾਊਸ ਰਹਿੰਦੇ ਲੈ ਰਹਿੰਦੇ, ਹਾਂਜੀ, ਹਾਂਜੀ। ਹਾਂਜੀ, ਹਾਂਜੀ, ਸੋ ਹਾਂਜੀ। ਉਸ ਟਾਈਮ ਦੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਨਾ, ਹਾਂਜੀ, ਉਹ ਹਾਂਜੀ। ਯਾਦ ਆ ਜਾਂਦੀਆਂ ਯਾਦ ਜਿਹੜੇ ਆ ਇਹੋ ਜਿਹਾ ਕੋਈ ਪਰਿਵਾਰ ਆਉਂਦਾ ਹਾਂਜੀ, ਔਰ ਹਾਂਜੀ। ਉਹਨੂੰ ਅਸੀਂ ਮੈਂਸ਼ਨ ਕਰਦੇ ਹਾਂ। ਹਾਂਜੀ, ਹਾਂਜੀ। ਤੇ ਔਰ ਤਾਂ ਮੈਂ ਬਹੁਤ-ਬਹੁਤ, ਹਾਂਜੀ। ਇਹ ਕਹਿਣੀ ਚਾਹੁੰਦਾ ਹਾਂਜੀ। ਵੀ ਥੋੜਾ ਜਿਹਾ ਪੁਰਾਣਿਆਂ 'ਚ ਮੈਂ ਵੀ ਪੈਰ ਰੱਖਦਾ, ਇਸ ਕਰਕੇ ਬਹੁਤ ਘੱਟ ਤੁਹਾਨੂੰ ਤੁਸੀਂ- ਮਿਲਦੇ ਆ ਤੁਸੀਂ ਜਿਹੜੀ ਜਾਣਦੇ ਜਿਹੜੀ ਆ ਜੀ। ਹਿਸਟਰੀ ਦੱਸੂਗੇ। ਹਾਂਜੀ, ਹਾਂਜੀ। ਥੈਂਕ ਯੂ ਵੈਰੀ ਮਚ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਹੁਣ ਮਲ ਦੇ ਪੱਬ ਦੀ ਗੱਲ ਕੀਤੀ ਹੈ। ਹਾਂ। ਮਾਧਵਰਾਮ ਮਲ ਜੀ ਸਾਡੇ ਕੋਲ ਵਿਛੜ ਗਏ ਆ। ਜੀ, ਹਾਂਜੀ, ਹਾਂਜੀ, ਬਹੁਤ ਕ੍ਰਿਸਮਸ ਦੁੱਖ ਹੈ ਜੀ। ਹਨ ਵਾਲੇ ਦਿਨ, ਤੋਂ ਬੜੀ ਦੁੱਖ ਵਾਲੀ ਗੱਲ ਹੈ। ਹਾਂ। ਉਹਨਾਂ ਨੇ ਵੀ ਬੜਾ ਸਾਨੂੰ ਸਾਥ ਦਿੱਤਾ ਹਮੇਸ਼ਾ ਬਹੁਤ ਹੀ, ਹੈ ਜੀ। ਜਦ ਵੀ ਪ੍ਰੋਗਰਾਮ ਹੁੰਦਾ ਸੀ ਹਾਂ, ਜ਼ਰੂਰ ਆਇਆ ਕਰਦੇ ਸੀ ਬਾਬਾ ਸਾਹਿਬ ਦੇ ਜਨਮ ਤੇ ਦਿਨ ਤੇ। ਜੀ। ਤੋਂ ਅਸੀਂ ਡਾਕਟਰ ਮਿਟਕਾ ਮੋਲੇ ਕਮੇਟੀ ਔਰ ਲੋਟਸ ਟੀਵੀ ਵੱਲੋਂ KL ਚਾਂਦ ਸ਼ਰਧਾਂਜਲੀ- ਉਹਨਾਂ ਦੇ ਹਾਂਜੀ। ਅੰਕਲ ਸੀ ਜੀ। ਅੰਕਲ ਸੀ, ਹਾਂਜੀ ਹਾਂਜੀ, ਹਾਂ, ਉਹਨਾਂ ਦੇ ਹਾਂਜੀ, ਅੰਕਲ ਸੀ। ਬੈਡਫੋਰਡ ਤੋਂ ਆਪਣੇ, ਹਾਂ, ਹਾਂਜੀ, ਅਸੀਂ ਬੜੇ ਸ਼ਰਧਾਂਜਲੀ supporter। ਅਰਪਣ ਕਰਦੇ ਹਾਂ, ਸ਼ਰਧਾ ਦੇ ਫੁੱਲ ਉਹਨਾਂ ਨੂੰ ਭੇਟ ਕਰਦੇ ਹਾਂ ਮੇਰੀ ਵੱਲੋਂ ਵੀ ਜੀ। ਹਾਂਜੀ। ਤੇ ਇਹਦੇ ਨਾਲ ਹੀ ਨਾਲ ਕੁਝ ਹੋਰ ਵੀ ਸਾਡੇ ਸਾਡੇ ਮਾਤਾ ਜੀ ਸੁਮਨ ਦੇਵਲਾਲ ਸੁਮਨ ਜੀ ਦੇ ਮਾਤਾ ਜੀ ਵੀ ਪਰ ਵੈਂਸਡੇ ਵਾਲੇ ਦਿਨ, ਵੈਂਸਡੇ ਰਾਤ ਨੂੰ, ਥਰਸਡੇ ਸਵੇਰ ਨੂੰ ਸਾਡੇ ਤੋਂ ਵਿਛੜ ਗਏ ਹਨ। ਮਾਤਾ ਜੀ ਤਾਂ ਬਹੁਤ ਹੀ ਬੁੱਧ ਵਿਹਾਰ ਨਾਲ ਜੁੜੇ ਹੋਏ ਸਨ। ਮੈਂ ਤਾਂ ਉਹਨਾਂ ਨੂੰ ਵਾਰ-ਵਾਰ ਨਮਸਕਾਰ ਕਰਦਾ ਹਾਂ। ਦੇਵ ਸੁਮਨ ਦਾ ਕੀ ਕਹਿੰਦੇ ਹੁੰਦੇ ਆ ਕਿ ਮਾਤਾ ਦੇ ਕਦਮਾਂ ਨੂੰ ਅਸੀਂ ਤਾਂ ਚੁੰਮਦੇ ਹਾਂ। ਬਿਲਕੁਲ। ਜਿਹਨੇ ਦੇਵ ਸੁਮਨ ਵਰਗਾ ਐਸਾ ਸਾਨੂੰ ਇੱਕ ਪੜ੍ਹਿਆ ਲਿਖਿਆ ਗਿਆਨਵਾਨ ਇੱਕ ਬਿਲਕੁਲ। ਮੈਂਬਰ ਦਿੱਤਾ ਹੋਇਆ, ਤੇ ਉਹ ਵੀ ਸਾਡੇ ਤੋਂ ਵਿਛੜ ਗਏ ਹਨ। ਇਸੇ ਸਾਲ ਉਹਨਾਂ 100 ਸਾਲ ਵੀ ਮਨਾਇਆ ਸੀਗਾ, 100 ਸਾਲ ਦੀ ਉਹਨਾਂ ਦੀ ਉਮਰ ਸੀ। ਮਾਤਾ ਜੀ ਦੀ ਜਦੋਂ ਇਹਨਾਂ ਵੱਲ ਦੇਖਦੇ ਤਾਂ ਇੱਕ ਕੀ ਕਹਿੰਦੇ ਹੁੰਦੇ, ਇੱਕ ਭਗਵਾਨ ਜਿਹਨੂੰ ਕਹਿੰਦੇ ਹੁੰਦੇ ਹਨ ਜੀ, ਹਾਂਜੀ। ਮਹਾਂਪੁਰਸ਼ ਦੇ ਮਹਾਂਪੁਰਸ਼ ਹੀ ਸੀ। ਬਿਲਕੁਲ, ਤਾਂ ਉਹ ਦੱਸਦੇ ਆ ਕਿ ਉਸ ਉਹਨਾਂ ਨੂੰ ਡਾਕਟਰ ਮਿਟਕਾ ਮੋੜ ਕਮੇਟੀ ਵੱਲੋਂ ਅਸੀਂ ਸ਼ਰਧਾਂਜਲੀ ਭੇਂਟ ਕਰਦੇ ਹਾਂ। ਲੋਟਸ ਟੀਵੀ ਵੱਲੋਂ ਅਤੇ ਸਾਡੇ ਵੱਲੋਂ, ਸਾਡੇ ਪਰਿਵਾਰ ਵੱਲੋਂ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਅਰਪਣ ਕਰਦੇ ਹਾਂ ਔਰ ਹਮੇਸ਼ਾ ਯਾਦ ਰੱਖਾਂਗੇ ਜੋ ਵੀ ਉਹਨਾਂ ਦੇ ਚੰਗੇ ਕਰਮ ਹਨ। ਹਾਂਜੀ, ਉਹਨਾਂ ਨੂੰ ਨਿਰਵਾਣ ਪ੍ਰਾਪਤ ਹੋਵੇ, ਨਿਰਵਾਣ ਦੇ ਪੰਧ ਹੀ ਬਣ। ਹਾਂਜੀ, ਤੇ ਇਹੋ ਜਿਹੇ ਮਹਾਂਪੁਰਸ਼ ਇਹਨਾਂ ਨੂੰ ਨਿਰਵਾਣ ਪ੍ਰਾਪਤ ਹੋ ਹੀ ਜਾਂਦਾ ਹੈ। ਹਾਂਜੀ, ਮੇਰੀ ਵੱਲੋਂ ਵੀ ਜੀ ਮਾਤਾ ਜੀ ਪ੍ਰਣਾਮ। ਨੂੰ ਬਹੁਤ ਬਹੁਤ ਪ੍ਰਣਾਮ ਔਰ ਸ਼ਰਧਾ ਦੇ ਪੁੱਲ ਕਾਨੂੰ। ਇੱਕ ਹੋਰ ਆਪਣੇ ਸਾਡੇ ਬਹੁਤ ਹੀ ਸਾਥੀ, ਬਜ਼ੁਰਗ ਸਾਥੀ ਕਹਾਂਗੇ, ਮਿਸ਼ਨ ਦੇ ਸਾਥੀ ਮੈਂ ਕਹੂੰਗਾ ਜੀ, ਕਿ ਬਰਮਿੰਘਮ ਤੋਂ ਸੰਤ ਰਾਮ ਜੀ, ਬਰਮਿੰਘਮ ਤੋਂ, ਉਹ ਵੀ ਹਮੇਸ਼ਾ ਹੀ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੁੜੇ ਰਹੇ ਆ। 73 ਵਿੱਚ ਜਦੋਂ ਦੀਕਸ਼ਾ ਦਾ ਪ੍ਰੋਗਰਾਮ ਹੋਇਆ ਸੀ, ਸ਼ਾਇਦ ਤੁਹਾਨੂੰ ਯਾਦ, ਬਰਮਿੰਘਮ ਦੇ ਵਿੱਚ, ਤੇ ਇਹ ਉਦੋਂ ਤੋਂ ਹੀ ਦੀਕਸ਼ਾ ਉਹਨਾਂ ਨੇ ਲਈ ਹੋਈ ਸੀ। ਇੱਕ ਸਟਰੋਂਗ ਬੁੱਧਿਸਟ ਬੰਦੇ ਸੀ, ਤੇ ਜਿਹੜੀ ਬਰਮਿੰਘਮ ਦੀ ਸੁਸਾਇਟੀ ਸੀ ਉਹਦੇ ਵਿੱਚ ਵੀ ਪੂਰਾ ਸਾਥ ਦਿੰਦੇ ਉਹਨਾਂ ਦੇ ਮੈਂਬਰ ਸਨ। ਭਾਵੇਂ ਉਹਨਾਂ ਦੇ ਮੈਂਬਰ ਸਨ, ਪਰ ਕਮੇਟੀ ਨਾਲ ਉਹਨਾਂ ਦਾ ਬਹੁਤ ਸਾਥ ਸੀਗਾ। ਅਸੀਂ ਇਹ ਕਮੇਟੀ ਵੱਲੋਂ, ਡਾਕਟਰ ਮਿਟਕਾ ਮੋਲ ਕਮੇਟੀ ਆਫ ਗ੍ਰੇਟ ਬ੍ਰਿਟਨ ਵੱਲੋਂ, ਲੋਟਸ ਟੀਵੀ ਵੱਲੋਂ, ਆਪਣੀ ਵੱਲੋਂ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਮੇਰੀ ਵੱਲੋਂ ਵੀ ਜੀ ਬਹੁਤ ਬਹੁਤ ਮਾਤਾ ਜੀ ਨੂੰ ਪ੍ਰਣਾਮ ਔਰ ਸੰਤ ਰਾਮ ਹੁਣਾਂ ਨੂੰ ਪ੍ਰਣਾਮ ਔਰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ। ਔਰ ਉਹ ਦੋਹਾਂ ਦੇ ਔਰ ਤੇਹਾਂ ਦੇ ਮਾਧਵ ਮੱਲ, ਇਹਨਾਂ ਦੇ ਪਰਿਵਾਰ ਨੂੰ ਵੀ ਅਸੀਂ ਆਪਣੀ ਸਿੰਪਥੀ ਜ਼ਾਹਰ ਕਰਦੇ ਹਾਂ ਔਰ ਮਾਈ ਸਿੰਸੀਅਰ ਕੰਡੋਲੈਂਸ ਟੂ ਐਵਰੀਬਾਡੀ। ਮਾਤਾ ਜੀ ਬੀਬੀ ਬਚਨੀ, ਹਮੇ ਜਦੋਂ ਵੀ ਜਾਣਾ ਉਹਨਾਂ ਨੇ ਹਮੇਸ਼ਾ ਪੁੱਤ ਕਮੇਟੀ ਕਿੱਦਾਂ ਚੱਲਦੀ ਆ, ਪੁੱਤ ਬੁੱਧ ਵਿਹਾਰ ਵਿੱਚ ਕਿੱਦਾਂ, ਤੁਸੀਂ ਕੀ ਖਾਧਾ। ਹਾਂਜੀ, ਇਹਨਾਂ ਨੂੰ ਲੱਖ ਲੱਖ ਪ੍ਰਣਾਮ ਹੈ। ਇੱਕ ਹੋਰ ਜੀ ਅਸੀਂ ਮੈਂ ਅਨਾਉਂਸਮੈਂਟ ਕਰਨਾ ਚਾਹੁੰਦਾ ਕਿ ਸਾਡੇ ਬੇਟੀ, ਪਿਆਰੀ ਬੇਟੀ ਜੋ ਗਿਆਨ ਚੰਦ ਰੱਤੂ ਦੀ ਲੜਕੀ ਸੀ, ਸਤਿਆ ਰੱਤੂ ਦੀ ਲੜਕੀ ਸੀ, ਸਾਡੇ ਤੋਂ ਵਿਛੜ ਗਏ ਸਨ
ਨੀਤਾ ਕੁਮਾਰੀ ਜੀ ਬਹੁਤ ਦੁੱਖ ਦੀ ਗੱਲ ਹੈ ਜੀ। 2 ਛੋਟੇ ਬੱਚੇ ਹੈ, ਜਵਾਨੀ ਵਿੱਚ ਹੀ ਉਹ ਆਪਣੇ ਛੱਡ ਗਏ ਹਨ। ਤੇ ਉਹਨਾਂ ਦਾ ਜੋ ਫਿਊਨਰਲ ਹੈ 6 ਜਨਵਰੀ ਨੂੰ ਉਹ ਬੁੱਧ ਵਿਹਾਰ ਵਿੱਚ ਉਹਨਾਂ ਦਾ ਜੋ ਕਫਨ ਹੈ ਆ ਰਿਹਾ ਹੈ। ਬੁੱਧ ਵਿਹਾਰ ਵਿੱਚ 2:30 ਵਜੇ ਉਹਨਾਂ ਦਾ ਕਫਨ 2:30 ਤੋਂ 3:30 ਵਜੇ ਤੱਕ ਕਫਨ ਰਹੇਗਾ। ਔਰ ਐਲਫੋਰਡ ਵਿਖੇ 4:30 ਐਲਫੋਰਡ ਕ੍ਰੈਮਟੋਰੀਅਮ ਜੇ 4:30 ਵਜੇ ਉਹਨਾਂ ਨੂੰ ਉੱਥੇ ਕ੍ਰੈਮਟੋਰੀਅਮ ਲਿਆ ਜਾਏਗਾ। ਤੇ ਉਸ ਤੋਂ ਬਾਅਦ ਜਸਪਰ ਆਮ ਵਿੱਚ ਸ਼ਿਫਨੌਰ ਉੱਥੇ ਉਹਨਾਂ ਨੂੰ ਜਾ ਰਹੇ ਹਨ ਉਸ ਤੋਂ ਬਾਅਦ ਖਾਣੇ ਦੇ ਲਈ। ਤੋ ਇਹ ਬਹੁਤ ਹੀ ਮਤਲਬ ਸਾਡੇ ਲਈ ਦੁੱਖ ਦੀ ਗੱਲ ਹੈ। ਇਹ ਇਨਫੋਰਮੇਸ਼ਨ ਸਾਨੂੰ ਦੇਣੀਆਂ ਪੈਂਦੀਆਂ ਕਿਉਂਕਿ ਜੋ ਨਵੇਂ ਪਰਿਵਾਰ ਹਨ ਉਹ ਮਿਸ਼ਨ ਨਾਲ ਜੁੜੇ ਹਨ, ਬਾਬਾ ਸਾਹਿਬ ਦੇ ਮਿਸ਼ਨ ਨਾਲ ਜੁੜੇ ਹਨ। ਤਾਂ ਤੁਸੀਂ ਬੁੱਧ ਵਿਹਾਰ ਦਾ ਜੋ ਕੋਡ ਹੈ WV3OHJ ਹੈ, ਜੋ ਕ੍ਰੈਮਟੋਰੀਅਮ ਟੈਲੀਫੋਨ ਦਾ ਪੋਸਟ ਕੋਡ ਹੈ TF2 9NJ ਹੈ। ਔਰ ਜਸਪਰ ਆਮ ਦਾ ਜੋ ਸ਼ਿਫਨਲ ਵਿੱਚ ਹੈ ਉਹ TF11 8AF ਹੈ। ਅਗਰ ਤੁਸੀਂ ਕਿਸੇ ਨੇ ਕੰਟੈਕਟ ਕਰਨਾ ਤਾਂ ਤੁਸੀਂ ਕਮੇਟੀ ਦੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਜਾਣਕਾਰੀ ਲਈ। ਤੋ ਇਹ ਕੁਛ ਇਨਫੋਰਮੇਸ਼ਨ ਸੀ। ਨਾਲ ਹੀ ਨਾਲ ਇੱਕ ਇਨਫੋਰਮੇਸ਼ਨ ਹੋਰ ਦਿੰਦਾ ਜਾਵਾਂ ਅਗਲਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਕਿ 8 ਤਰੀਕ ਨੂੰ ਡਾਕਟਰ ਅੰਬੇਡਕਰ ਮੂਲ ਕਮੇਟੀ ਦੀ ਮੀਟਿੰਗ ਹੈ ਅਗਲੇ ਵੀਕ ਇੱਕ ਐਗਜ਼ੈਕਟਿਵ ਦੀ 2 ਵਜੇ। ਤੋਂ ਆਪ ਸਭ ਨੂੰ ਬੇਨਤੀ ਹੈ ਕਿ ਤੁਸੀਂ ਉਸ ਵਿੱਚ ਵੀ ਭਾਗ ਲੈਣਾ। ਦੇਖੋ ਜੀ ਖੁਸ਼ੀ ਰਾਮ ਕੈਨੇਡਾ ਤੋਂ ਨਵੇਂ ਸਾਲ ਦੀ ਵਧਾਈ ਦਿੰਦੇ ਹਨ। ਕੈਨੇਡਾ ਤੋਂ ਤੁਹਾਨੂੰ ਆਇਆ ਖੁਸ਼ੀਰਾਮ ਝੁੰਮਣ ਜੀ ਦਾ ਫੋਨ ਆ ਗਿਆ। ਹਾਂਜੀ ਤੋ ਬਹੁਤ ਥੈਂਕ ਯੂ ਜੀ ਖੁਸ਼ੀਰਾਮ ਜੀ, ਪ੍ਰਣਾਮ ਜੀ, ਤੁਹਾਨੂੰ ਬਹੁਤ ਪ੍ਰਣਾਮ ਹੈ। ਅਸੀਂ ਅੱਜ ਦੇ ਮਸਲੇ ਤੇ ਅੱਜ ਜੋ ਅਸੀਂ ਟੌਪਿਕ ਲੈ ਕੇ ਆਂਦਾ ਅੱਜ 1 ਜਨਵਰੀ ਦਾ ਸਭ ਟੌਪਿਕ ਹੈ। ਇਸ ਨੂੰ ਮਤਲਬ ਬਾਬਾ ਸਾਹਿਬ 1 ਜਨਵਰੀ ਨੂੰ ਜੋ ਭੀਮਾ ਕੋਰੇਗਾਂਵ ਹੈ ਜਿਸ ਨੂੰ ਵਿਜੇ ਸਤੰਭ ਵੀ ਕਿਹਾ ਜਾਂਦਾ ਹੈ। ਅੱਜ ਦੇ ਦਿਨ ਨੂੰ ਵਿਜੇ ਦਿਵਸ ਵੀ ਕਿਹਾ ਜਾਂਦਾ ਹੈ, ਸੂਰਿਆ ਦਿਵਸ ਵੀ ਕਿਹਾ ਜਾਂਦਾ ਹੈ, ਸੂਰਬੀਰ ਦਾ ਦਿਹਾੜਾ ਵੀ ਕਿਹਾ ਜਾਂਦਾ ਹੈ। ਇਹਦਾ ਪਿਛੋਕੜ ਕੀ ਸੀ? ਦੇਖੋ ਕੌਲ ਸਾਹਿਬ, ਪਹਿਲਾਂ ਤਾਂ ਗੱਲ ਇਹ ਹੈਗਾ ਕਿ ਇਹ ਇੱਕ ਬਹੁਤ ਹੀ ਇੰਪੋਰਟੈਂਟ ਇਤਿਹਾਸ ਦੀ ਗੱਲ ਹੈ। ਹਾਂਜੀ ਹਾਂਜੀ। ਔਰ ਬਾਬਾ ਸਾਹਿਬ ਹਮੇਸ਼ਾ ਕਹਿੰਦੇ ਸਨ ਕਿ ਇਤਿਹਾਸ ਪੜ੍ਹਨਾ ਬਹੁਤ ਜ਼ਰੂਰੀ ਹੈ। ਜੀ ਜੀ। ਜੋ ਲੋਕ ਇਤਿਹਾਸ ਨਹੀਂ ਪੜ੍ਹਦੇ ਪਿਆਰੇ ਦਰਸ਼ਕੋ ਉਹ ਆਪਣਾ ਇਤਿਹਾਸ ਲਿਖ ਨਹੀਂ ਸਕਦੇ, ਬਣਾ ਨਹੀਂ ਸਕਦੇ। ਔਰ ਜਿਨ੍ਹਾਂ ਦਾ ਇਤਿਹਾਸ ਨਹੀਂ ਹੈ ਉਹਨਾਂ ਦੀ ਕਿਤੇ ਵੀ ਕੋਈ ਸੁਣਾਈ ਨਹੀਂ। ਜਿਨ੍ਹਾਂ ਦੀ ਕਿਤੇ ਵੀ ਕੋਈ ਸੁਣਾਈ ਨਹੀਂ ਪਿਆਰੇ ਦਰਸ਼ਕੋ, ਉਹਨਾਂ ਦੇ ਜਿਹੜੇ ਬੁਨਿਆਦੀ ਇਨਸਾਨੀਅਤ ਦੇ ਹੱਕ ਹਨ ਉਹ ਵੀ ਸੁਰੱਖਿਅਤ ਨਹੀਂ ਹਨ। ਔਰ ਜੇ ਅਸੀਂ ਪਿਛੋਕੜ ਦੀ ਗੱਲ ਕਰੀਏ ਕੌਲ ਸਾਹਿਬ, ਪਿਛੋਕੜ ਜਿਹੜਾ ਹੈਗਾ ਭਾਰਤ ਦੇ ਜਿੰਨੇ ਵੀ ਲੋਕ ਹਨ ਜਿਨ੍ਹਾਂ ਨੂੰ ਅਸੀਂ ਦਲਿਤ ਕਹਿ ਲਈਏ, ਅਨਟੱਚੇਬਲ ਕਹਿ ਲਈਏ, ਪਛੜੇ ਲੋਕ ਕਹਿ ਲਈਏ, ਉਹਨਾਂ ਦੇ ਜੋ ਹਾਲ ਸਨ ਹਾਂਜੀ ਉਹ ਸਾਰਿਆਂ ਨੂੰ ਪਤਾ। ਪੜ੍ਹਾਈ ਤੋਂ ਵਾਂਝੇ ਰੱਖਦੇ ਸੀ। ਛੂਆਛਾਤ ਔਰ ਜਾਤ ਪਾਤ ਦਾ ਜਿਹੜਾ ਕੋਡ ਹੈ ਉਹ ਦੁਨੀਆ ਹਾਲੇ ਤੱਕ ਜਾਣਦੀ ਹੈ ਵੀ ਕੀ ਸੀਗਾ। ਔਰ ਇਸ ਦੇ ਨਾਲ ਹੀ ਹੈ ਕਿ ਧਾਰਮਿਕ ਸਥਾਨਾਂ ਤੇ ਨਹੀਂ ਜਾ ਸਕਦੇ ਸੀ, ਕੋਈ ਨੌਕਰੀਆਂ ਨਹੀਂ ਉਹਨਾਂ ਨੂੰ ਦਿੰਦੇ ਸੀਗੇ, ਔਰ ਸਦੀਆਂ ਤੋਂ ਜ਼ੁਲਮ ਸਿਤਮ ਦੇ ਸ਼ਿਕਾਰ ਸਨ। ਔਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਰਤ ਦੇ ਜਿਹੜੇ ਸ਼ਾਸਕ ਸੀਗੇ ਭਾਵੇਂ ਉਹ ਅੰਗਰੇਜ਼ ਸਨ ਔਰ ਜਾਂ ਅੰਗਰੇਜ਼ਾਂ ਤੋਂ ਪਹਿਲਾਂ ਮੁਸਲਮਾਨ ਮੁਗਲ ਜਾਂ ਜਿਹੜੇ ਵੀ ਸਨ, ਉਹਨਾਂ ਨੇ ਬਾਹਰਲੇ ਲੋਕਾਂ ਦੀ ਜਿਹੜੀ ਅਧੀਨਗੀ ਆ ਉਹ ਕਬੂਲ ਕਰ ਲਈ। ਪਰ ਆਪਣੇ ਜਿਹੜੇ ਮੁਲਕ ਦੇ ਉਹਨਾਂ ਦੇ ਧਰਮ ਦੇ ਵਿੱਚ ਜਿਨ੍ਹਾਂ ਨੂੰ ਕੌਮ ਕਰਦੇ ਸਨ, ਦੇਸੀ ਸਨ, ਉਹਨਾਂ ਨੂੰ ਬਰਾਬਰ ਦੇ ਹੱਕ ਉਹਨਾਂ ਨੇ ਨਹੀਂ ਦਿੱਤੇ। ਔਰ ਆਜ਼ਾਦੀ ਤੱਕ ਇਹ ਆ ਕਿ ਭਾਰਤ ਦੇ ਵਿੱਚ ਜਿਸਲੇ ਭਾਰਤ ਆਜ਼ਾਦ ਹੋਇਆ ਉਸ ਵੇਲੇ 565 ਰਾਜੇ ਮਹਾਰਾਜੇ ਜਾਂ ਸ਼ਹਿਜ਼ਾਦੇ ਸਨ। ਦੇਖੋ ਕਿੰਨੇ ਟੁਕੜੇ ਸੀਗੇ ਭਾਰਤ ਦੇ। ਔਰ ਉਹਨਾਂ ਦੇ ਵਿੱਚ ਜੱਦੀ ਲੋਕ ਜਿਹੜੇ ਸਨ, ਮੌਰੀਆ ਖਾਨ, ਲੋਧੀ, ਖਿਲਜੀ, ਮੁਗਲ, ਪੇਸ਼ਵਾ, ਇਹ ਸਾਰੇ ਖਾਨਦਾਨੀ ਗੱਦੀਆਂ ਸਨ। ਅੱਜ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕੋਰੇਗਾਂਵ ਦੀ, ਸਭ ਤੋਂ ਪਹਿਲਾਂ ਇਹ ਆ ਕਿ ਸਾਡਾ ਬਣਦਾ ਕੋਰੇਗਾਂਵ ਦੇ ਸ਼ਹੀਦਾਂ ਨੂੰ ਅਸੀਂ ਲੱਖ ਲੱਖ ਪ੍ਰਣਾਮ ਕਰਦੇ ਹਾਂ, ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਪਿਆਰੇ ਦਰਸ਼ਕੋ। ਔਰ ਉਹ ਜਿਹੜੇ ਕੋਰੇਗਾਂਵ ਦੇ ਵਿੱਚ ਇਹ ਆ ਕਿ ਉਹਨਾਂ ਦੀ ਟੱਕਰ ਹੋਈ ਪੇਸ਼ਵਾ ਦੇ ਨਾਲ ਅੱਜ ਤੋਂ 205 ਸਾਲ ਪਹਿਲਾਂ। ਹਾਂਜੀ 205 ਸਾਲ ਪਹਿਲਾਂ 1818 ਵਿੱਚ। ਹਾਂ 1818। ਪਰ ਇਹ ਉਹਦੀ ਇਤਿਹਾਸ ਹੈ। ਹਾਂਜੀ। ਔਰ ਥੋੜਾ ਜਿਹਾ ਦੂਜਾ ਤੁਹਾਡਾ ਸਵਾਲ ਇਹ ਆ ਕਿ
ਇਹਦੀ ਜਿਹੜੀ ਥੋੜੀ ਜਿਹੀ ਹੋਰ ਬੈਕਗ੍ਰਾਉਂਡ ਇਹ ਆ ਹਾਂਜੀ, ਹਾਂਜੀ। ਕਿ ਅੰਗਰੇਜ਼ ਜਿਹੜੇ ਹੈਗੇ ਆ ਉਹ ਇਸ ਮੁਲਕ ਦੇ ਵਿੱਚ 1617 ਦੇ ਵਿੱਚ ਤਕਰੀਬਨ ਉਹ ਆਏ, ਜੀ ਜੀ ਈਸਟ ਇੰਡੀਅਨ ਕੰਪਨੀ ਸੈਟਅਪ ਕੀਤੀ। ਜੀ, ਜੀ। ਉਹਨਾਂ ਨੇ ਆਸਤਾ ਆਸਤਾ ਇਹ ਜਿਹੜੇ ਰਾਜੇ ਸੀਗੇ ਜੀ ਜੀ ਉਹਨਾਂ ਨੂੰ ਕਈਆਂ ਨੂੰ ਤਾਂ ਉਹਨਾਂ ਦੇ ਸਿਰ ਕਰਜ਼ਾ ਕਰਕੇ ਹਾਂਜੀ ਹਾਂਜੀ ਆਪਣੇ ਅਧੀਨ ਕਰ ਲਿਆ, ਜੀ ਮਤਲਬ ਇਹ ਖਰੀਦ ਲਿਆ। ਖਰੀਦ ਲਿਆ ਆਏ ਸੀ ਉਹ ਮਸਾਲਿਆਂ ਦਾ ਵਪਾਰ ਵਪਾਰ ਕਰਨ, ਹਾਂਜੀ, ਵਪਾਰ ਹਾਂਜੀ। ਕਰਨ, ਵਪਾਰੀ ਹੋ ਕੇ। ਬਿਮਾਰੀ ਬਣ ਕੇ ਆਏ। ਹਾਂ, ਜਿਸ ਤਰ੍ਹਾਂ ਇੱਥੇ ਨਾ ਕਰਜ਼ਾ ਦੇਣ ਵਾਲੇ ਇੱਥੇ ਬਾਹਮਣ ਪੰਡਤ ਜਾਂ ਬਾਣੀਏ ਹੁੰਦੇ ਸੀਗੇ, ਜੀ 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 ਹਾਂਜੀ, ਉਹ ਥੋੜਾ ਥੋੜਾ ਦੇ ਕੇ ਜ਼ਮੀਨ ਲਿਖਾ ਲੈਂਦੇ ਸੀ। ਜ਼ਮੀਨ ਲਿਖਾ ਲੈਂਦੇ ਸੀ, ਉਹ ਹਾਂਜੀ। ਮੁੱਕਦਾ ਹੀ ਨਾ ਸੀ, ਮੁੱਕਦਾ ਹੀ ਨਹੀਂ ਸੀ, ਹਾਂਜੀ, ਪੁਸ਼ਤਾਂ ਤੱਕ। ਮੁੱਕਦਾ ਹੀ ਨਹੀਂ ਸੀ। ਹਾਂਜੀ, ਉਹ ਹਾਂਜੀ। ਅੰਗਰੇਜ਼ਾਂ ਨੇ ਵੀ ਉਹੀ ਫਿਲਾਸਫੀ ਜਿਹੜੀ ਆ Philosophy ਲਈ, ਹਾਂਜੀ, ਉਹ ਹਾਂਜੀ। ਉਹਨਾਂ ਨੇ ਤੈਅ ਕੀਤੀ ਜੀ, ਔਰ ਜੀ। ਉਸੇ ਫਿਲਾਸਫੀ ਦੇ ਅੰਦਰ ਕਈ ਰਾਜੇ ਉਹਨਾਂ ਨੇ ਆਪਣੇ ਅਧੀਨ ਕਰ ਲਏ। ਜੀ ਜੀ ਔਰ ਇਹ ਜਿਹੜਾ ਹੈਗਾ ਮਹਾਰਾਸ਼ਟਰ ਦੇ ਆਲੇ ਦੁਆਲੇ, ਕਰਨਾਟਕ, ਮੱਧ ਪ੍ਰਦੇਸ਼, ਇਹ ਸਾਰਾ ਇਲਾਕਾ ਬੰਗਾਲ ਤੱਕ ਚਲੇ ਗਏ ਹਾਂ, ਸੀਗੇ। ਅੱਛਾ ਜੀ। ਔਰ ਪੇਸ਼ਵਾ ਜਿਹੜੇ ਸੀਗੇ ਬਾਜੀ ਰਾਓ, ਉਹਨਾਂ ਦਾ ਖਾਨਦਾਨ ਜਿਹੜਾ ਹੈਗਾ ਪੇਸ਼ਵਾ, ਹਾਂਜੀ। ਇਹਨਾਂ ਦੇ ਨਾਲ ਉਹਨਾਂ ਦੀਆਂ 3 ਲੜਾਈਆਂ ਹੋਈਆਂ ਜੀ ਔਰ 3 ਲੜਾਈਆਂ ਪਿਆਰੇ ਦਰਸ਼ਕੋ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਅੰਗਰੇਜ਼ਾਂ ਨੇ ਸ਼ਿਕਸਤ ਖਾਧੀ। ਕਾਸ਼ ਕਰ ਦਿੱਤੀ। ਬੜੇ ਮਤਲਬ ਤਾਕਤਵਰ ਸੀ। ਤਾਕਤਵਰ ਸੀ। ਹਾਂਜੀ। ਉਹ ਇਸ ਗੱਲ ਦੇ ਲਈ ਸੋਚਦੇ ਸਨ, ਵਿਚਾਰ ਕਰਦੇ ਸਨ ਜੀ। ਕਿ ਇਹ ਪੇਸ਼ਵਾ ਰਾਜ ਦੇ ਉੱਤੇ ਅਸੀਂ ਕਿੱਦਾਂ ਕਬਜ਼ਾ ਕਰੀਏ। ਜੀ 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 ਉਹਨਾਂ ਦੀ ਬਾਹ ਪੇਸ਼ ਨਹੀਂ ਜਾਂਦੀ ਸੀਗੀ ਔਰ 3 ਲੜਾਈਆਂ ਦੇ ਵਿੱਚ ਬੁਰੀ ਤਰ੍ਹਾਂ ਉਹਨਾਂ ਦੇ ਦੰਦ ਕੱਟੇ ਹੋਏ ਜੀ ਜੀ ਔਰ ਅਖੀਰ ਉਹਨਾਂ ਦੀ ਨਿਗਾਹ ਜਿਹੜੀ ਆ ਜੀ। ਉਹ ਮਹਾਰਾਂ ਤੇ ਪਈ। ਮਹਾਰਾ ਦੇ ਪਈ। ਹਾਂਜੀ, ਉਹਨਾਂ ਨੇ ਦੇਖਿਆ ਵੀ ਇਹ ਬੜੇ ਹੱਟੇ ਖੱਟੇ ਹੈਗੇ ਆ, ਖੱਟੇ ਲੋਕ। ਬੜੇ ਨੌਜਵਾਨ ਹੈਗੇ ਆ, ਜੀ, ਜੀ। ਇਹਨਾਂ ਨੂੰ ਪੇਸ਼ਵਾ ਦੇ ਮੰਨ ਲਓ ਜਿਹੜੇ ਹੈਗੀ ਆਰਮੀ ਉਹਦੇ ਵਿੱਚ ਵੀ ਨਹੀਂ ਇਹ ਹੈਗੇ ਆ, ਜੀ ਜੀ ਹੋ ਨਾ ਸਕੇ ਤਾਂ ਆਪਾਂ ਇਹਨਾਂ ਨੂੰ ਆਪਣੀ ਆਰਮੀ ਦੇ ਵਿੱਚ ਰਲਾ ਕੇ ਅਸੀਂ ਲੜਾਈਏ ਇਹਨਾਂ ਲੜਾਈਏ, ਨੂੰ, ਹਾਂ। ਨਾਲੇ ਇਹਨਾਂ ਤੋਂ ਫਾਇਦਾ ਲਵੇ ਲਈਏ। ਹਾਂਜੀ, ਹਾਂਜੀ, ਉਹਨਾਂ ਨੂੰ ਮੰਨ ਲਓ ਅਪਰੋਚ ਕੀਤੀ ਪੇਸ਼ਵਾ ਜਿਹੜੇ ਸੀ, ਕਾਨੂੰ ਜਿਹੜੇ ਸੀਗੇ ਮਹਾਰਾਂ ਨੂੰ ਉਹਨਾਂ ਨੇ ਅਪਰੋਚ ਕੀਤੀ। ਉਹਨਾਂ ਦੇ ਜਿਹੜੇ ਆਗੂ ਸੀਗੇ ਡਰਦੇ ਤਾਂ ਉਹ ਸੀਗੇ ਆਪਣੇ ਦੇਸੀ ਲੋਕਾਂ ਤੋਂ ਹੀ, ਜੀ ਜੀ ਅਪਰ ਕਾਸਟ ਵਾਲਿਆਂ ਤੋਂ ਤਾਂ ਅੰਗਰੇਜ਼ਾਂ ਤੋਂ ਤਾਂ ਬਹੁਤ ਡਰਨਾ ਸੀਗਾ। ਔਰ ਉਹਨਾਂ ਨੇ ਅਪਰੋਚ ਕੀਤੀ ਵੀ ਤੁਸੀਂ ਸਾਡੀ ਆਰਮੀ ਦੇ ਵਿੱਚ ਭਰਤੀ ਹੋਵੋਗੇ। ਜੀ ਜੀ ਉਹ ਕਹਿੰਦੇ ਨਹੀਂ ਨਹੀਂ, ਬਿਲਕੁਲ ਨਹੀਂ, ਕਹਿੰਦੇ ਸਾਡਾ ਤਾਂ ਸਤਿਆਨਾਸ਼ ਕਰ ਦੋਗੇ, ਕਾਣ ਮਚਾ ਕਰ ਦੋਗੇ। ਜਿਹੜੇ ਪੇਸ਼ਵਾ ਹੈਗੇ ਆ ਬੜੇ ਜ਼ਾਲਮ ਹੈਗੇ ਆ। ਉਹ ਕਹਿੰਦੇ ਵੀ ਅਸੀਂ ਚਲੋ ਇਦਾਂ ਵੀ ਰਾਜੇ ਨੂੰ ਪੁੱਛ ਲੈਣੇ ਆ। ਹਾਂਜੀ, ਰਾਜਾ ਮੈਂ ਸਾਹਿਬ ਇੱਕ ਆਪਣਾ ਲਾਈਵ ਕਾਲ ਆਈ ਆ। ਹਾਂਜੀ, ਅਗਰ ਜੇ ਯਾਦ ਦਿਓ ਤਾਂ ਆਪਾਂ ਇੱਕ ਲਾਈਵ ਕਾਲ ਵੀ ਸੁਣ ਬਿਲਕੁਲ, ਲੈਂਦੇ ਹਾਂ। ਹਾਂਜੀ, ਹੈਲੋ ਜੀ। ਹੈਲੋ ਜੀ, ਹਾਂਜੀ, ਨਮੋ ਬੁੱਧਾ ਜੈ ਭੀਮ ਜੀ। ਮੈਂ ਜੀ ਫਕੀਰ ਚੰਦ ਚੌਹਾਨ ਬੋਲਦਾ ਬਰਮਿੰਘਮ ਤੋਂ। ਅੱਛਾ, ਵੈਲਕਮ ਆ ਜੀ ਲੋਟਸ ਟੀਵੀ ਦੇ ਤੁਹਾਡਾ। ਤੇ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਆ ਨਵੇਂ ਸਾਲ ਤੇ? ਸਵਾਗਤ ਹੈ ਜੀ। ਪਹਿਲਾਂ ਤਾਂ ਨਵੇਂ ਸਾਲ ਤੇ ਮੈਂ ਸਭ ਨੂੰ ਜਾਣੀ ਬਹੁਤ ਵਧਾਈ ਦਿੰਦਾ, ਕਿਉਂਕਿ ਜਿਹੜਾ ਨਵਾਂ ਸਾਲ ਬਹੁਤ ਤੰਦਰੁਸਤੀ ਵਾਲਾ ਹੋਵੇ। ਜੀ। ਔਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਸੂਚਨਾ ਦਿੱਤੀ ਆ ਵੀ ਕੁਝ ਸਦੀਵੀ ਵਿਛੋੜਾ ਦੇ ਗਏ ਸਾਥੀ, ਜੀ 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 ਉਹਨਾਂ ਨੂੰ ਮੈਂ ਬਹੁਤ ਜਾਣੀ ਸ਼ਰਧਾਂਜਲੀ ਭੇਂਟ ਕਰਦਾ ਜੀ। ਥੈਂਕ ਯੂ ਜੀ। ਕਿਉਂਕਿ ਦੇਖੋ ਜਿਹੜਾ ਕੋਈ ਵੀ ਮਿਸ਼ਨ ਚੱਲਦਾ ਉਹਦੇ ਲਈ ਜਿਹੜੇ ਤਨੋ ਮਨੋ ਧਨੋ ਮਿਸ਼ਨ ਨੂੰ ਆਪਣਾ ਯੋਗਦਾਨ ਪਾਉਂਦੇ ਆ, ਜੀ ਜੀ ਉਹਨਾਂ ਦੇ ਨਾਲ ਹੀ ਮਿਸ਼ਨ ਚੱਲਦਾ। ਸਹੀ ਗੱਲ ਹੈ ਜੀ, ਸਹੀ ਗੱਲ ਹੈ। ਕਿਉਂਕਿ ਬਹੁਤ ਦੇਖੋ ਜਿਹੜੇ ਆਪਣੇ ਜਿੱਦਾਂ ਮਾਤਾ ਜੀ ਬੀਬੀ ਬਚਨੀ ਬੀਬੀ ਸੁਮਨ ਬਚਨੀ, ਹਾਂਜੀ ਬੀਬੀ ਔਰ ਬਚਨੀ, ਸ਼੍ਰੀ ਸੰਤਰਾਮ ਪੱਟੀ ਹੋਣੀ, ਸੰਤਰਾਮ ਪੱਟੀ, ਮਾਧੋਰਾਮ ਮੱਲ ਹਾਂਜੀ। ਹੋਣੀ, ਹਾਂਜੀ ਬਹੁਤ ਹਾਂਜੀ ਜਾਨੀ ਦੇਖੋ ਇਹ ਬਹੁਤ ਜਾਨੀ ਜਿਹੜੇ ਯੋਗਦਾਨ ਦੇ ਨਾਲ ਹਾਂਜੀ ਜੇ ਅੱਜ ਆਪਾਂ ਦੇਖਦੇ ਹਾਂ ਵੀ ਜੋ ਪ੍ਰਾਪਤੀਆਂ ਹੋਈਆਂ ਹਾਂਜੀ ਇਹ ਯੋਗਦਾਨ ਦੇ ਨਾਲ ਹੀ ਹੋਈਆਂ। ਹਾਂਜੀ, ਇਹਨਾਂ ਦਾ ਯੋਗਦਾਨ ਬਹੁਤ ਸੀ ਜੀ। ਹਾਂਜੀ ਹਾਂਜੀ ਕਿਉਂਕਿ ਹੁਣ ਦੇਖੋ ਜਿਹੜਾ ਅੱਜ ਤੁਸੀਂ ਨਾ ਇਹ ਬਹੁਤ ਮਹੱਤਵਪੂਰਨ ਦਿਨ ਆ ਜੀ ਜੀ ਜਿਹੜਾ ਭੀਮਾ ਕੋਰੇਗਾਂਵ ਦਾ, ਜੀ ਜੀ ਕਿਉਂਕਿ ਬਾਬਾ ਸਾਹਿਬ ਨੇ ਕਿਹਾ ਸੀ ਵੀ ਜਦ ਤੱਕ ਤੁਸੀਂ ਇਤਿਹਾਸ ਨੂੰ ਪੜ੍ਹਦੇ ਨਹੀਂ ਤੁਹਾਨੂੰ ਪਤਾ ਨਹੀਂ ਲੱਗਦਾ। ਪਤਾ ਨਹੀਂ ਲੱਗਦਾ। ਸਹੀ ਗੱਲ ਹੈ, ਸਹੀ ਗੱਲ। ਔਰ ਦੂਸਰੀ ਗੱਲ ਇਹ ਹੈਗੀ ਉਹਨੇ ਕਿਹਾ ਵੀ ਉਹੀ ਇਤਿਹਾਸ ਬਣਾਉਂਦੇ ਆ ਜਿਹੜੇ ਇਤਿਹਾਸ ਨੂੰ ਜਾਣਦੇ ਆ। ਆ। ਹਾਂਜੀ, ਸਹੀ ਗੱਲ ਹੈ। ਕਿਉਂਕਿ ਜਿਹਨੇ ਬਿਲਕੁਲ ਪੜ੍ਹਨਾ ਹੀ ਨਹੀਂ ਤਾਂ ਉਹਨਾਂ ਨੂੰ ਕੀ ਪਤਾ ਵੀ ਗਾਂ ਕੀ ਕਰਨਗੇ। ਹੁਣ ਇਹ ਦੇਖੋ ਵੀ ਜਿਹੜੀ ਇਹ ਭੀਮਾ ਕੋਰੇਗਾਂਵ ਦੀ ਲੜਾਈ ਆ, ਜੀ ਜੀ ਇਹਨੂੰ ਵੀ ਜਾਣੀ ਆਜ਼ਾਦੀ ਤੋਂ ਬਾਅਦ ਉਹਨੇ ਇਹਨੂੰ ਲੋਕਾਂ 'ਚ ਜਾਣ ਨਹੀਂ ਦਿੱਤਾ ਵੀ ਇਹ ਕੀ ਹੋਇਆ ਸੀ। ਹਾਂ, ਸਹੀ ਗੱਲ ਹੈ, ਪਤਾ ਨਹੀਂ ਲੋਕਾਂ ਨੂੰ। ਕਿਉਂਕਿ ਹੁਣ ਜਦ 200 ਸਾਲ ਮਨਾਇਆ ਫਿਰ ਉਹ ਘਬਰਾ ਗਏ। ਹਾਂ,
ਉਹ ਤਦੇ ਹੀ ਦੇਖੋ ਨਹੀਂ ਜਾਣ ਬੁੱਝ ਕੇ ਉਹ ਲੋਕਾਂ ਨੂੰ ਕਿੱਦਾਂ ਕੀਤਾ, ਆਪੇ ਵਾਇਲੈਂਸ ਕੀਤੀ, ਆਪੇ ਲੋਕਾਂ ਨੂੰ ਗ੍ਰਿਫਤਾਰ ਕੀਤਾ। ਹਾਂਜੀ ਔਰ ਅਜੇ ਤੱਕ ਉਹ ਦੇਖੋ ਵੀ 5 ਸਾਲ ਹੋ ਗਏ, ਅਜੇ ਤੱਕ ਇਹ ਰਿਹਾ ਨਹੀਂ ਹੋਏ। ਰਿਹਾ ਨਹੀਂ ਕੀਤੇ, ਹਾਂਜੀ, ਹਾਲਾਂਕਿ ਕਸੂਰ ਉਹਨਾਂ ਦਾ ਕੋਈ ਨਹੀਂ। ਫਿਰ ਉਹ ਦੇਖੋ ਵੀ ਅੱਜ ਇਹ ਦੱਸਣਾ ਜ਼ਰੂਰੀ ਬਣਦਾ ਵੀ ਉਹ ਜਿਹੜੇ ਉਹਨਾਂ ਤੇ ਕੇਸ ਬਣਾਏ ਉਹ ਸਾਰੇ ਝੂਠੇ ਆ, ਝੂਠੇ ਕੇਸ ਆ। ਹਾਂਜੀ ਉਹ ਅਮਰੀਕਾ ਦੀ ਇੱਕ ਏਜੰਸੀ ਨੇ ਉਹ ਪਤਾ ਕੀਤਾ ਵੀ ਜਿਹੜੇ ਉਹਨਾਂ ਦੇ ਕੰਪਿਊਟਰ ਆ, ਕੰਪਿਊਟਰਾਂ ਦੇ ਵਿੱਚ ਉਹਨੇ ਆਪ ਲੈਟਰ ਪਲਾਂਟ ਕੀਤੇ ਆ। ਬਿਲਕੁਲ ਦੱਸੋ ਬਿਲਕੁਲ। ਦੱਸੋ। ਔਰ ਉਹ ਫਿਰ ਵੀ ਸਰਕਾਰ ਮੰਨਦੇ ਨਹੀਂ, ਸਰਕਾਰ ਨਹੀਂ ਮੰਨਦੀ, ਕਿਉਂਕਿ ਉਹ ਸਰਕਾਰ ਚਾਹੁੰਦੀ ਆ ਵੀ ਜਿਹੜਾ ਇਦਾਂ ਦਾ ਉਹ ਬਿਲਕੁਲ ਕੋਈ ਵੀ ਇਦਾਂ ਦਾ ਉਹ ਸਮਾਗਮ ਮਨਾਉਣ ਨਾ। ਹਾਂਜੀ ਹਾਂਜੀ ਕਿਉਂਕਿ ਉਹ ਜਿਹੜਾ ਇਹ ਸਮਾਗਮ ਹੈ ਇਹ ਦੱਸਦਾ ਵੀ ਜਿਹੜੀ ਬ੍ਰਾਹਮਣਵਾਦ ਨੂੰ ਕਿੱਦਾਂ ਜਾਨੀ ਅਪਰੂਵ ਕੀਤਾ ਜਾ ਸਕਦਾ। ਸਹੀ ਗੱਲ ਹੈ, ਸਹੀ ਗੱਲ ਹੈ। ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਸੀ ਵੀ ਜੇ ਭਾਰਤ ਦੇ ਵਿੱਚ ਆਜ਼ਾਦੀ, ਬਰਾਬਰੀ, ਭਾਈਚਾਰਾ ਚਾਹੁੰਦੇ ਆ ਜੀ ਤਾਂ ਅਪਰੂਵਡ ਬ੍ਰਾਹਮਣਿਜ਼ਮ। ਬਿਲਕੁਲ ਹਾਂਜੀ ਹਾਂਜੀ ਹਾਂਜੀ। ਕਿਉਂਕਿ ਉਹਦਾ ਇਹ ਮਤਲਬ ਹੈ ਵੀ ਜਿਹੜੇ ਲੋਕਾਂ ਨੂੰ ਹੁਣ ਤੁਸੀਂ ਦੇਖੋ ਵੀ ਜਿਹੜੀ ਪੂਨਾ ਦਾ ਰਾਜ ਸੀ ਜੀ, ਉਹਦੇ ਵਿੱਚ ਬਿਲਕੁਲ ਦੇਖੋ ਲੋਕਾਂ ਨੂੰ ਉਹਨਾਂ ਦੇ ਮੂੰਹਾਂ ਦੇ ਮੂਹਰੇ ਕੁੱਜੇ ਬੰਨੇ ਹੋਏ ਸੀ, ਹਾਂਜੀ ਪਿੱਛੇ ਝਾੜੂ ਸੀ ਜੀ ਜੀ। ਔਰ ਕਿੰਨੀ ਗੁਲਾਮੀ ਸੀ। ਸਹੀ ਗੱਲ ਹੈ, ਸਹੀ ਗੱਲ। ਪਰ ਉਹ ਜਿਸ ਵੇਲੇ ਫਿਰ ਈਸਟ ਇੰਡੀਆ ਕੰਪਨੀ ਨੇ ਮਤਲਬ ਕਿਹਾ ਵੀ ਅਸੀਂ ਮਤਲਬ ਜਿਹੜੇ ਵੀ ਰਾਜ ਹੈਗੇ ਆ ਜਾਂ ਤਾਂ ਉਦਾਂ ਸ਼ਾਮਲ ਹੋ ਜਾਣ, ਨਹੀਂ ਹੁੰਦੇ ਤਾਂ ਫਿਰ ਤਾਂ ਲੜਾਈ ਹੋਣੀ ਸੀ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਜੇ ਉਹ ਜਿਹੜੇ ਬਾਜੀ ਰਾਓ ਮੰਨ ਜਾਂਦਾ ਜੀ ਵੀ ਮੈਂ ਇਹਨਾਂ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਦਿੰਦਾ, ਫਿਰ ਤਾਂ ਲੜਾਈ ਦੀ ਲੋੜ ਇਹ ਨਹੀਂ। ਲੜਾਈ ਨਹੀਂ ਲੋੜਨਾ ਸੀ। ਪਰ ਉਹ ਜਾਨੀ ਚਾਹੁੰਦਾ ਸੀ ਵੀ ਜਿਹੜਾ ਮਨੂਵਾਦ ਆ ਜਿੱਦਾਂ ਮੇਰੇ ਪੂਨਾ 'ਚ ਸਾਰੇ ਇੰਡੀਆ 'ਚ ਹੋਣਾ ਚਾਹੀਦਾ। ਹਾਂਜੀ ਹਾਂਜੀ ਹਾਂਜੀ। ਵੀ ਜਿਹੜਾ ਮਨੂ ਦੇ ਅਨੁਸਾਰ ਅਸੀਂ ਜੋ ਕੁਝ ਕਰ ਰਹੇ ਹਾਂ ਜੀ ਜੀ। ਵੀ ਇਹਨਾਂ ਲੋਕਾਂ ਨੂੰ ਜਾਨੀ ਮਤਲਬ ਇਹ ਜ਼ਰੂਰ ਏਦਾਂ ਰੱਖਣਾ ਹੈ। ਹਾਂਜੀ ਉਹ ਤਦੇ ਹੀ ਫਿਰ ਉਹ ਲੜਾਈ ਹੋਈ। ਤੁਸੀਂ ਦੇਖੋ ਵੀ ਹੁਣ ਕਿੰਨੀ ਹੈਰਾਨੀ ਵਾਲੀ ਗੱਲ ਆ ਜੀ। ਵੀ ਇਹ ਤਾਂ ਲੋਕ ਕਹਿੰਦੇ ਸੀ ਵੀ ਅਸੀਂ ਬ੍ਰਹਮਾ ਦੇ ਡੋਲਿਆਂ ਚੋਂ ਪੈਦਾ ਹੋਏ ਆ ਤੇ ਸਾਡੇ ਤੋਂ ਬਿਨਾਂ ਹੋਰ ਕੋਈ ਲੜੇ ਨਹੀਂ ਸਕਦਾ। ਬਿਲਕੁਲ। ਉਹ ਜਾਨੀ 500 ਦੀ ਦੇਖੋ ਰੈਜੀਮੈਂਟ ਸੀਗੀ ਸਾਰੀ, ਹਾਂਜੀ ਹਾਂਜੀ। ਤਾਂ ਉਹਦੀ ਫੌਜ ਸੀਗੀ 28,000। 28,000 ਜੀ ਜੀ। ਔਰ ਇੱਕ ਦਿਨ ਦੇ ਵਿੱਚ ਜਾਨੀ ਉਹ ਸਫਾਇਆ ਹੋ ਗਿਆ। ਹਾਂਜੀ ਹਾਂਜੀ ਹਾਂਜੀ। ਪਰ ਹੁਣ ਬੜੀ ਤਾਂ ਗੱਲ ਆ ਵੀ ਜਿਹੜੀ ਕੋਈ ਇਦਾਂ ਦੇ ਦੁਨੀਆ ਦੇ ਵਿੱਚ ਜਿਹੜੀਆਂ ਲੜਾਈਆਂ ਹੋਈਆਂ ਉਹ ਇਤਿਹਾਸ ਦਾ ਹਿੱਸਾ ਬਣਦੀਆਂ। ਸਹੀ ਗੱਲ ਹੈ, ਸਹੀ ਗੱਲ। ਜਿਸ ਤਰ੍ਹਾਂ ਹੁਣ ਤੁਸੀਂ ਦੇਖ ਲਓ ਵੀ ਜਿਹੜੀ ਬੈਟਲ ਆਫ ਵਾਟਰਲੂ ਜਿਹੜੀ ਆ ਉਹ ਇੱਥੇ ਯੂਰਪ ਦੇ ਵਿੱਚ ਹੋਈ ਸੀ ਤੇ ਇੱਥੋਂ ਜਾਨੀ ਨਪੋਲੀਅਨ ਨੂੰ ਹਰਾਉਣ ਗਏ ਸੀ ਅੰਗਰੇਜ਼। ਜੀ ਸਹੀ ਗੱਲ ਹੈ, ਸਹੀ। ਇਹ ਹੁਣ ਤੁਸੀਂ ਦੇਖੋ ਵੀ ਜਿਹੜੀ ਉਹ ਲੜਾਈ ਦਾ ਹਾਰ ਗਿਆ ਤੇ ਚਾਹੁੰਦੇ ਸੀਗੇ ਵੀ ਇਹ ਤੇ ਇਦਾਂ ਦੀ ਚਰਚਾ ਨਾ ਹੋਵੇ, ਚਰਚਾ ਨਾ ਹੋਵੇ। ਪਰ ਬਾਬਾ ਸਾਹਿਬ ਕੋ ਦੇਖੋ ਜਦ ਉਹ ਸਮਾਰਕ ਬਣ ਗਿਆ, ਬਾਬਾ ਸਾਹਿਬ ਹਰੇਕ ਸਾਲ ਉੱਥੇ ਜਾਂਦੇ ਉੱਥੇ ਜਾਂਦੇ ਸੀ। ਹਾਂਜੀ ਹਾਂਜੀ। ਜਾਨੀ ਉਹ ਹੋਰ ਸਾਰੇ ਆਪਣੇ ਉਹ ਦੱਸਦੇ ਸੀਗੇ ਵੀ ਜਾਨੀ ਮਤਲਬ ਉਹ ਜਿਹੜੇ ਬਹਾਦਰ ਲੋਕ ਆ, ਜੀ ਇਕੱਲੀ ਜਿਹੜੀ ਆਜ਼ਾਦੀ ਕਈ ਤਰੀਕੇ ਨਾਲ ਲੜ ਹੁੰਦੀ ਹੈ। ਹਾਂਜੀ ਹਾਂਜੀ ਹਾਂਜੀ। ਐਜੂਕੇਸ਼ਨ ਵੀ ਚਾਹੀਦਾ, ਐਜੀਟੇਸ਼ਨ ਵੀ ਚਾਹੀਦਾ, ਪਰ ਇਹ ਨਹੀਂ ਲੋਕਾਂ ਨੇ ਦੇਖੋ ਕਿੱਦਾਂ ਲੋਕਾਂ ਤੇ ਜ਼ੁਲਮ ਕੀਤੇ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਭਰਤੀ ਨਹੀਂ ਹੋ ਸਕਦੇ। ਹਾਂ ਹਾਂ ਹਾਂ। ਕਿਉਂ ਉਹਨਾਂ ਨੂੰ ਪਤਾ ਸੀ ਵੀ ਕਿਤੇ ਆਜ਼ਾਦ ਨਾ ਹੋ ਜਾਣ। ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਚੌਹਾਨ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਔਰ ਜਿਹੜੇ ਭੀਮਾ ਕੋਰੇਗਾਮ ਦੇ ਜਿਹੜੇ ਉਹ ਸ਼ਹੀਦ ਆ ਉਹਨਾਂ ਨੂੰ ਸ਼ਰਧਾਂਜਲੀ ਆਪਾਂ ਦਿੰਦੇ ਆ। ਹਾਂਜੀ ਹਾਂਜੀ। ਬਹੁਤ ਬਹੁਤ ਉਹਨਾਂ ਨੂੰ ਅਸੀਂ ਸਲਾਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਜੈ ਭਾਰਤ, ਨਮੋ ਬੁੱਧ। ਨਮੋ ਬੁੱਧਾ ਜੀ, ਬਹੁਤ ਬਹੁਤ। ਦੇਖੋ ਬੈਂਸ ਸਾਹਿਬ ਕਿੰਨਾ ਉਹਨਾਂ ਨੇ ਬਹੁਤ ਇਤਿਹਾਸ ਡਿਟੇਲ ਚ ਦੱਸਿਆ। ਦੱਸਿਆ। ਆਪਾਂ ਕੋ ਇੱਕ ਕਲਿੱਪ ਹੈ। ਹਾਂ ਮੈਂ ਵੀ ਉਹ ਲੱਗਾ ਸੀ ਕਹਿੰਦੇ ਇੱਕ ਕਲਿੱਪ ਆਪਾਂ ਇਹਦੇ ਬਾਰੇ ਆਪਾਂ ਦੇਖ ਲੈਂਦੇ ਹਾਂ। ਹਾਂਜੀ ਦਿਖਾਉਣਾ ਉਸ ਤੋਂ ਜ਼ਰੂਰੀ ਬਾਅਦ ਹੈਗਾ। ਆਪਾਂ ਹਾਂਜੀ ਹਾਂਜੀ ਉਹ ਭੀਮਾ ਕੋਰੇਗਾਮ ਬਾਰੇ ਕਲਿੱਪ ਆਪਾਂ ਦੇਖਦੇ ਹਾਂ। ਉਸ ਤੋਂ ਬਾਅਦ ਆਪਾਂ ਅਗਲੀ ਗੱਲਬਾਤ ਸ਼ੁਰੂ ਕਰਦੇ ਹਾਂ ਜੀ। ਥੈਂਕ ਯੂ ਜੀ। ये 19वीं सदी के शुरुआत की बात है। भारत के अछूत जातियों में से एक जाति महार, जिसके खिलाफ पेशवाओं ने मार्शल लॉ लगाया था कि इनके कमर में झाड़ू और गले में मटका बांध दिया जाए। दरअसल ये अशोक काल में हुई ब्राह्मणों की निर्भत्सना का नागवंशियों के खिलाफ प्रतिशोध था। वैसे तो महार जाति अपनी वीरता के लिए प्रसिद्ध थी, लेकिन जब संसाधन ही छीन लिए जाते हैं तो कोई भी विकलांग हो सकता है। बहरहाल महार अपनी खोई प्रतिष्ठा और अस्मिता को संरक्षित करने की मंशा में थे और अंग्रेज भारत में अपनी सत्ता स्थापित करने की जुगत में। ऐसे में अंग्रेजों की नजर
महारों पर टिकी, जो कद काठी में मजबूत और निडर वृत्ति के थे। अंग्रेजों ने ब्रिटिश भारत की सेना में महारों के लिए दरवाजे खोल दिए और उन्हें फौजी शिक्षा भी दी। अंग्रेजों को पेशवाओं की सल्तनत खत्म कर वहां ब्रिटिश राज कायम करना था। तैयारी शुरू हुई पेशवाओं पर आक्रमण करने की। महारों के सरदार सेनापति सिद्धनाग के कानों पर यह खबर पड़ी तो वे स्वयं बाजीराव पेशवा से मिलने गए। पेशवा बाजीराव से सिद्धनाग ने कहा, अंग्रेजों की तरफ से लड़ने की हम अछूतों की कोई इच्छा नहीं और यह हमें पसंद भी नहीं। यदि हम तुम्हारी ओर से लड़कर अंग्रेजों को यहां से भगा दें और यदि हम ऐसा कर लें तो तुम्हारे राज्य में, तुम्हारी सेना में हमारा स्थान क्या होगा? पेशवा बाजीराव ने सिद्धनाग के इस प्रस्ताव की अवहेलना की और कहा, सुई की नोक पर थर्राते हुए ठहरे धूल के कण जितना स्थान भी तुम महारों के लिए हमारे पास नहीं है। तुम लोग हमारे पैरों की धूल हो और वही बने रहोगे। चतुर्वर्ण व्यवस्था ने तुम महारों के लिए जो नियम बनाए हैं उनमें थोड़ा भी बदलाव नहीं होगा। तुम नीच हो, नीच ही रहोगे। पेशवा के जवाब से सिद्धनाग ठिठुर गए। उनका खून खौलने लगा और वे गरज पड़े, हम आज तक तुम्हारे अन्याय अत्याचार सहते रहे, लेकिन अब तुमने स्वयं ही अपनी मृत्यु रेखा खींच ली है। महारों ने शस्त्र उठा लिए हैं। अब ये उच्च वर्णीय मगरूरी मिट्टी में मिल जाएगी। युद्ध की भाषा हमसे ना करो। इसी माटी में जन्म हुआ है हमारा और यहीं पले बढ़े हैं हम। इस मिट्टी की लाज अब ना लूटेगी। अपने न्याय हकों के लिए युद्ध करना कोई पाप नहीं है। ये ही युद्ध की अंतिम घोषणा है। और इस ऐलान के साथ सिद्धनाग वहां से निकल गए। दरअसल पेशवाओं के अत्याचार से महार समुदाय त्रस्त हो गया था और स्वाभिमानी जीवन जीने के लिए युद्ध का रास्ता उसे जचने लगा। अब ब्रिटिश आर्मी का वो हिस्सा थे और पेशवा के आह्वान से चिंगारी और भड़की। जैसे बाबा साहब डॉक्टर अम्बेडकर कहते हैं, जहां सहन शक्ति खत्म हो जाती है वहीं क्रांति का जन्म होता है। महारों ने सदियों से चले आ रहे अपने अपमान का बदला लेने पेशवाई के खिलाफ युद्ध का बिगुल फूंका और आधुनिक भारत में समतामूलक समाज निर्माण के नए इतिहास पर्व की शुरुआत हुई। भीमा नदी के किनारे बसे कोरेगांव की ये बात है। 1 जनवरी 1818। मुंबई के नेटिव इन्फेंट्री के 500 जवान, जो सभी महार जाति से थे, 250 घुड़सवार और 2 तोपे, कैप्टन स्टॉटन का नेतृत्व और सामने पेशवा के 25,000 से भी ज्यादा पैदल सैनिक और 3,000 घुड़सवार। इनका सामना होने से पहले कैप्टन स्टॉटन 25 मील पैदल चलकर 1 जनवरी 1818 की सुबह कोरेगांव पहुंचे थे। जवान थके हुए थे और युद्ध शुरू हुआ। महार सेना का नेतृत्व रत्नाक, जतनाक और भीकनाक कर रहे थे। एक दिन एक रात ये युद्ध चला और देखते ही देखते पेशवा के 25,000 सैनिकों का धुआं उठ गया। 500 महार सैनिकों के सामने पेशवा की विशाल सेना बौनी साबित हुई। इसमें अंग्रेजी सेना के 276 लोग गिरे। लड़ाई के धरातल पर महारों का सामर्थ्य किस स्तर का है, ये बात पूरी दुनिया ने देखी और इतिहास इस घटना से गौरवान्वित हुआ। युद्ध में वीर गति को प्राप्त हुए सैनिकों की शौर्य गाथा दुनिया के इतिहास में अमर हुई, जो भीमा कोरेगांव के इस 75 फीट ऊंचे विजय स्तंभ पर दर्ज है। इस क्रांति स्तंभ, विजय स्तंभ को सैल्यूट करने बाबा साहब डॉक्टर अम्बेडकर हर साल 1 जनवरी को यहां जरूर आते थे।
ਹਾਂਜੀ, ਤੁਸੀਂ ਕਲਿੱਪ ਦੇਖਿਆ ਹੋਊਗਾ, ਹਿਸਟਰੀ ਬਾਰੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ। ਆਲਰੇਡੀ ਅਸੀਂ ਕੁਝ ਕਾਫੀ ਤਿਆਰ ਕੀਤਾ ਲੈ ਕੇ ਆਏ ਹਨ, ਫਿਰ ਵੀ ਅਸੀਂ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਆ। ਇਸ ਤੋਂ ਪਹਿਲਾਂ ਆਪਣੇ ਵੈਦ ਸਾਹਿਬ ਆਪਾਂ ਨੂੰ ਕੁਝ ਫੋਨ ਆਏ ਆ, ਪ੍ਰੋਗਰਾਮ ਪਸੰਦ ਕਰ ਰਹੇ ਆ। ਸੁਰਿੰਦਰ ਝੱਲੀ ਜੀ ਕਹਿ ਰਹੇ ਕਿ ਸਾਡੇ ਬਹੁਤ ਸਤਿਕਾਰਯੋਗ ਜੋ ਵੀ ਪਿਛੜੇ ਹਨ, ਬੀਬੀ ਬਚਨੀ ਜੀ, ਮਾਧੋਰਾਮ ਮਾਲ ਜੀ ਅਤੇ ਸਤਰਾਮ ਪੱਟੀ ਜੀ, ਇਹਨਾਂ ਨੂੰ ਮੈਂ ਸ਼ਰਧਾਂਜਲੀਆਂ ਭੇਟ ਕਰਦਾ ਹਾਂ। ਇਸੇ ਤਰ੍ਹਾਂ ਸਾਡੇ KL ਚਾਂਦ ਨਵੇਂ ਸਾਲ ਦੀ ਵਧਾਈ ਵੀ ਦਿੰਦੇ ਹਨ ਅਤੇ ਸਾਰਿਆਂ ਨੂੰ ਵਿਛੜਿਆਂ ਨੂੰ ਸ਼ਰਧਾਂਜਲੀ ਵੀ ਦਿੰਦੇ ਹਨ। ਸ਼ਾਮ ਲਾਲ ਕੈਂਥ ਜੀ ਨਵੇਂ ਸਾਲ ਦੀ ਵਧਾਈ ਦੇ ਰਹੇ ਆ। ਹਰਮੇਸ਼ ਸਤਿਆ ਜੱਸਲ ਜੀ ਨਵੇਂ ਸਾਲ ਦੀ ਵਧਾਈਆਂ ਅਤੇ ਸ਼ਰਧਾਂਜਲੀਆਂ ਦੇ ਰਹੇ ਆ। ਪ੍ਰੇਮ ਚਮਕੀਲਾ ਦੀ ਵਧਾਈਆਂ ਦੇ ਰਹੇ ਹਨ ਅਤੇ ਵਿਛੜੇ ਨੂੰ ਸ਼ਰਧਾਂਜਲੀ ਦੇ ਰਹੇ ਹਨ। ਸੋਹਣ ਲਾਲ ਰੱਤੂ ਜੀ ਨਵੇਂ ਸਾਲ ਦੀ ਵਧਾਈ ਅਤੇ ਵਿਛੜਿਆਂ ਨੂੰ ਸ਼ਰਧਾਂਜਲੀ ਹੈ। ਮਦਨ ਚੌਹਾਨ ਜੀ ਨਵੇਂ ਸਾਲ ਦੀ ਵਧਾਈਆਂ ਨਾਲ ਸ਼ਰਧਾਂਜਲੀਆਂ ਵੀ ਹਨ। ਸੁਡੀ ਰਾਮ ਜੱਸਲ ਜੀ ਵਧਾਈਆਂ ਅਤੇ ਸ਼ਰਧਾਂਜਲੀਆਂ ਹਨ। ਨਰੇਸ਼ ਮੇਹੇ ਬੀਬੀ ਜੀ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ। ਮੂਰਤੀ ਮੱਲ ਹਰਭਜਨੋਂ ਮੱਲ ਜੀ ਸ਼ਰਧਾਂਜਲੀਆਂ ਦੇ ਰਹੇ ਹਨ। ਨਾਲ ਹੀ ਨਾਲ ਧਰਮਚੰਦ ਮੇਹੇ ਜੀ ਨਵੇਂ ਸਾਲ ਦੀ ਵਧਾਈ ਅਤੇ ਵਿਛੜਿਆਂ ਨੂੰ ਨਿੱਘਾ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਹਨ। ਰੇਖਾ ਔਰ ਬਰਿੰਦਰ ਪੋਲ ਜੀ ਨਵੇਂ ਸਾਲ ਦੀ ਵਧਾਈ, ਸਾਡੇ ਪ੍ਰਧਾਨ ਜੀ ਰੇਖਾ ਜੀ ਨਾਲ ਵਿਛੜਿਆਂ ਨੂੰ ਸ਼ਰਧਾਂਜਲੀਆਂ ਵੀ ਦੇ ਰਹੇ ਹਨ। ਰਾਮਪਾਲ ਝੱਲੀ ਜੀ ਬੀਬੀ ਬਚਨੀ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ। ਜਗਦੀਸ਼ ਦਾਦਰਾ ਜੀ, ਸਮਿਤਰੀ ਦਾਦਰਾ ਜੀ ਨਵੇਂ ਸਾਲ ਦੀ ਵਧਾਈ ਅਤੇ ਵਿਛੜਿਆਂ ਨੂੰ ਸ਼ਰਧਾਂਜਲੀ ਦੇ ਰਹੇ। ਜਿਸ ਤਰ੍ਹਾਂ ਮੈਂ ਦੱਸਿਆ ਕਿ 6 ਤਰੀਕ ਨੂੰ ਸਾਡੇ ਨੀਤਾ ਕੁਮਾਰੀ ਜੀ ਬੇਟੀ ਦੀ ਫਿਊਨਰਲ ਹੈ ਅਤੇ ਉਸੇ ਦਿਨ 6 ਤਰੀਕ ਨੂੰ ਜਨਵਰੀ ਨੂੰ ਫੁੱਲ ਮੂਨ ਡੇ ਵੀ ਹੈ। ਬੁੱਧਵਾਰ 7 ਵਜੇ ਮਨਾਇਆ ਜਾਊਗਾ ਔਰ ਜਿਸ ਪਾਸ ਵੀ ਟਾਈਮ ਹੈ ਜ਼ਰੂਰ ਬੁੱਧਵਾਰ ਪਹੁੰਚੋ। ਤੋ ਆਪਣੇ ਬੈਂਸ ਦੇ ਆਪਣਾ ਥੋੜ੍ਹਾ ਜਿਹਾ ਪ੍ਰੋਗਰਾਮ ਤੁਹਾਡੇ ਕੋਲ ਇਨਫੋਰਮੇਸ਼ਨ ਤਾਂ ਬਹੁਤ ਹੈਗੀ ਆ, ਲੇਕਿਨ ਸਮਾਂ ਬਹੁਤ ਜਲਦੀ ਜਾ ਰਿਹਾ। ਹਾਂਜੀ, ਹੁਣ ਦੱਸੋ ਵੀ ਉਹ ਜਿਹੜੀ ਲੜਾਈ ਅਸਲ 'ਚ ਹੋਈ ਸੀ ਉਹ ਉਸ ਬਾਰੇ ਤੁਹਾਨੂੰ ਕੁਝ ਦੱਸੋ। ਦੇਖੋ, ਇਹ ਸੀਗਾ ਕੌਲ ਸਾਹਿਬ ਭਈ ਅੰਗਰੇਜ਼ਾਂ ਨੇ ਅਖੀਰ ਇਹ ਆ ਕਿ ਜਿਹੜੇ ਮਹਾਰ ਸੀਗੇ ਉਹਨਾਂ ਨੂੰ ਭਰਤੀ ਕਰਨ ਦਾ ਫੈਸਲਾ ਕੀਤਾ। ਹਾਂਜੀ, ਔਰ ਮਹਾਰਾਂ ਨੂੰ ਕਿਹਾ ਕਿ ਤੁਸੀਂ ਭਰਤੀ ਹੋਵੋ, ਪਰ ਉਹ ਕਹਿੰਦੇ ਵੀ ਸਾਨੂੰ ਤਾਂ ਇਹ ਰਾਜੇ ਆ, ਬਾਜੀ ਰਾਓ ਸਾਡਾ ਕੁਣਬਾ ਖਤਮ ਕਰ ਦੋਗੇ। ਅੱਛਾ, ਉਹਨਾਂ ਦੇ ਵਿੱਚੋਂ ਉਹਨਾਂ ਨੇ ਕਿਹਾ ਵੀ ਤੁਸੀਂ ਜਾ ਕੇ ਪਹਿਲਾਂ ਪੁੱਛ ਲਓ। ਉਹਨਾਂ ਨੇ ਸਾਰੇ ਨੇ ਆਪਣੀ ਪੰਚਾਇਤ ਜਿਹੜੀ ਇਕੱਠੀ ਕੀਤੀ ਮਹਾਰਾਂ ਨੇ ਇੱਕ ਬਜ਼ੁਰਗ ਸਿੱਧਨਾਥ ਉਹਨੂੰ ਰਾਜੇ ਬਾਜੀ ਰਾਓ ਦੇ ਕੋਲ ਭੇਜਿਆ ਜੀ। ਆ ਦੇਖੋ ਉਹਦੀ ਪਿਕਚਰ ਆ ਰਹੀ ਆ ਤੁਹਾਡੇ ਸਕਰੀਨ ਤੇ ਦਰਸ਼ਕੋ। ਇਹ ਬਜ਼ੁਰਗ ਸਿੱਧਨਾਥ ਗਿਆ ਤਾਂ ਉਹ ਉਹਨਾਂ ਦੇ ਮਹੱਲ ਦੇ ਸਾਹਮਣੇ ਜੋ ਪਹਿਰੇਦਾਰ ਸੀਗੇ ਉਹਨਾਂ ਨੇ ਅੱਗੇ ਜਾਣ ਤੋਂ ਰੋਕ ਦਿੱਤਾ। ਉਹਨੂੰ ਕਿਹਾ ਵੀ ਤੁਹਾਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ, ਤੁਸੀਂ ਜਾ ਨਹੀਂ ਸਕਦੇ। ਔਰ ਉਹ ਵਾਪਸ ਆ ਗਏ। ਵਾਪਸ ਆ ਕੇ ਅੰਗਰੇਜ਼ਾਂ ਨੇ ਦੱਸਿਆ ਵੀ ਮੈਨੂੰ ਤਾਂ ਅੰਦਰ ਵੀ ਨਹੀਂ ਜਾਣ ਦਿੱਤਾ, ਮੈਂ ਗੱਲ ਕੀ ਕਰਨੀ ਸੀ। ਉਹਨਾਂ ਨੇ ਫਿਰ ਇਹ ਆ ਕਿ ਪਹਿਰੇਦਾਰ ਕੋਲ 5 ਮਿੰਟ ਰਹਿੰਦੇ ਆ, ਬਹੁਤ ਕਾਹਲੀ ਨਾਲ ਮੈਂ ਦੱਸ ਰਿਹਾ, ਇਹ ਬਹੁਤ ਜ਼ਰੂਰੀ ਆ। ਅੰਗਰੇਜ਼ਾਂ ਨੇ ਇੱਕ ਘੋੜਸਵਾਰ ਨੂੰ ਭੇਜਿਆ, ਇੱਕ ਹੌਲਦਾਰ ਨੂੰ ਨਾਲ, ਸਿੱਧਨਾਥ ਦੇ ਨਾਲ ਮਹੱਲਾਂ ਦੇ ਵਿੱਚ। ਅਖੀਰ ਇਹ ਆ ਕਿ ਰਾਜਾ ਬਜ਼ੁਰਗ ਸਿੱਧਨਾਥ ਦੇ ਨਾਲ ਗੱਲ ਕਰਨ ਲਈ ਤਿਆਰ ਹੋ ਗਿਆ, ਪਰ ਗੱਲ ਇਸ ਤਰ੍ਹਾਂ ਉਹਨਾਂ ਨੇ ਕੀਤੀ ਕਿ ਜਿਹੜੀ 4 ਦੀਵਾਰੀ ਸੀਗੀ ਮਹੱਲਾਂ ਦੇ ਦੁਆਲੇ ਉਹਦੇ ਵਿੱਚ ਇੱਕ ਛੇਕ ਕੀਤਾ ਗਿਆ। ਦੇਖੋ, ਇੰਨੀ ਛੂਆ-ਛਾਤ ਦਾ ਅਸਰ ਹੁੰਦਾ। ਸਿੱਧਨਾਥ ਬਾਹਰ ਬੈਠੂਗਾ, ਰਾਜਾ ਅੰਦਰ ਬੈਠ ਕੇ ਉਹਦੇ ਨਾਲ ਗੱਲ ਕਰੂਗਾ। ਉਹਨੇ ਇਹ ਬੇਨਤੀ ਕੀਤੀ ਕਿ ਰਾਜਾ ਜੀ, ਮਹਾਰਾਜ ਜੀ, ਭਈ ਤੁਸੀਂ ਸਾਨੂੰ ਆਪਣੀ ਆਰਮੀ ਦੇ ਵਿੱਚ ਭਰਤੀ ਕਰੋ, ਅਸੀਂ ਤੁਹਾਡੇ ਖਿਲਾਫ ਨਹੀਂ ਲੜਨਾ ਚਾਹੁੰਦੇ, ਅਸੀਂ ਅੰਗਰੇਜ਼ਾਂ ਦੇ ਖਿਲਾਫ ਲੜਨਾ ਚਾਹੁੰਦੇ ਹਾਂ, ਰਲ ਕੇ ਅੰਗਰੇਜ਼ਾਂ ਨੂੰ ਇੱਥੇ ਕੱਢਣਾ ਚਾਹੁੰਦੇ ਆ ਔਰ ਇਹ ਸਾਡੀ ਬੇਨਤੀ ਕਬੂਲ ਕਰੋ। ਔਰ ਰਾਜੇ ਬਾਜੀ ਰਾਓ ਨੇ ਕਿਹਾ ਕਿ ਤੁਸੀਂ ਬੁੱਝਦੇ ਲੋਕ ਹੋ, ਤੁਸੀਂ ਗਰੀਬ ਹੋ, ਤੁਸੀਂ ਪਛੜੇ ਲੋਕ ਹੋ, ਤੁਹਾਡੇ ਵਿੱਚ ਇਹੋ ਜਿਹਾ ਸਾਜ਼ ਕਿੱਥੋਂ ਆ ਗਿਆ ਲੜਾਈ ਲੜਨ ਦਾ। ਮੁੜ ਕੇ ਇੱਥੇ ਨਾ ਹੀ ਦਬ ਕੇ ਮਾਰ ਕੇ ਉਹਨਾਂ ਨੂੰ ਉੱਥੋਂ ਭਗਾ ਦਿੱਤਾ। ਔਰ ਬਾਬਾ ਸਾਹਿਬ ਨੇ ਕਿਹਾ ਕਿ ਜਿੱਥੇ ਸਹਿਨਸ਼ੀਲਤਾ ਦੀ ਲਾਈਨ ਖਤਮ ਹੋ ਜਾਂਦੀ ਆ ਉੱਥੋਂ ਬਗਾਵਤ ਸ਼ੁਰੂ ਹੁੰਦੀ ਹੈ। ਔਰ ਸਿੱਧਨਾਥ ਨੇ ਆ ਕੇ ਕਿਹਾ ਕਿ ਹੁਣ ਸਾਨੂੰ ਅੰਗਰੇਜ਼ਾਂ ਦੇ ਨਾਲ ਲੜ ਕੇ ਰਲ ਕੇ ਭਰਤੀ ਹੋ ਕੇ ਇਹਨਾਂ ਨੂੰ ਰਾਜ ਖਤਮ ਕਰਨਾ ਚਾਹੀਦਾ। ਔਰ ਕੈਪਟਨ ਸਟੂਡੈਂਟ ਸੀਗਾ, ਉਹਦੀ ਅਗਵਾਈ ਦੇ ਹੇਠ ਉਹਨਾਂ ਨੇ ਟ੍ਰੇਨਿੰਗ ਲਈ।
ਟ੍ਰੇਨਿੰਗ ਲੈ ਕੇ 500 ਨੇ ਜੀ। ਦਰਅਸਲ 800 ਤੋਂ ਉੱਤੇ ਸੀਗੇ, 800 500 ਪੈਦਲ ਸੀਗੇ, 300 ਜਿਹੜੇ ਘੋੜਸਵਾਰ ਸੀਗੇ, ਸੀਗੇ। 2-3 ਤੋਪਾਂ ਸੀਗੀਆਂ। ਹਾਂਜੀ ਹਾਂਜੀ ਔਰ ਉਹਨਾਂ ਨੇ ਇਹ ਆ ਕਿ ਰਾਤ ਨੂੰ ਚੜ੍ਹਾਈ ਕੀਤੀ। ਜੀ। ਕੋਰੇਗਾਂ ਦਰਿਆ ਵੀ ਉੱਥੇ ਪਿੰਡ ਹੈ, ਹਾਂਜੀ। ਔਰ 27 ਮੀਲ ਪਿਆਰੇ ਦਰਸ਼ਕੋ ਉਹ ਪੈਦਲ ਤੁਰ ਕੇ ਤੁਰ ਗਏ। ਕੇ ਗਏ, ਹਾਂ। 12 ਘੰਟੇ ਭੁੱਖ ਪਾਣੇ ਉਹਨਾਂ ਨੇ ਇਹ ਆ ਕਿ ਲੜਾਈ ਲੜੀ। ਲੜਨ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਕਸਮਾਂ ਖਾਧੀਆਂ ਕਿ ਅਸੀਂ ਇਹਨਾਂ ਨੂੰ ਜੇ ਹਰਾ ਨਹੀਂ ਸਕੇ ਤਾਂ ਅਸੀਂ ਜੀਂਦੇ ਵਾਪਸ ਵੀ ਨਹੀਂ ਜਾਣਾ। ਹਾਂਜੀ ਹਾਂਜੀ ਹਾਂਜੀ। ਉਹਨਾਂ ਦੇ ਜਿਹੜੇ ਇਰਾਦੇ ਇੰਨੇ ਦ੍ਰਿੜ ਸੀਗੇ। ਹਾਂਜੀ ਹਾਂਜੀ। ਔਰ ਅਖੀਰ ਉਹਨਾਂ ਨੇ ਇਹ ਯਾਨੀ ਇੱਕ ਤਰ੍ਹਾਂ ਗੁਲਾਮੀ ਨਾਲੋਂ ਆਪਣੇ ਆਪ ਨੂੰ ਮਰਨਾ ਸੀਗਾ। ਹਾਂਜੀ। ਔਰ ਉਹਨਾਂ ਨੇ ਇਹ ਵੀ ਸੀਗਾ ਕਿ ਜਿਹੜੇ ਮੋਹਰੇ ਪੇਸ਼ਵਾ ਦੇ ਫੌਜੀ ਸੀਗੇ ਉਹ ਤਾਂ ਇਹ ਕਿ ਪਹਾੜੇ ਦੇ ਟੱਟੂ ਸੀਗੇ, ਰੋਟੀ ਪਾਣੀ ਲਈ ਆਏ ਹੋ ਸੀਗੇ। ਇਹਨਾਂ ਦੇ ਵਿੱਚ ਆਪਣਾ ਜਿਹੜਾ ਸੈਲਫ ਰਿਸਪੈਕਟ ਦਾ ਮਾਦਾ ਸੀਗਾ ਉਹਦੇ ਲਈ ਉਹ ਲੜ ਰਹੇ ਸਨ। ਹਾਂਜੀ ਕੌਲ ਸਾਹਿਬ ਤੁਸੀਂ ਕੋਈ ਕਹਿਣਾ ਚਾਹੁੰਦੇ? ਹਾਂ, ਮੈਂ ਥੋੜਾ ਜਿਹਾ ਆਪਣੇ ਹੋਰ ਫੋਨ ਆਏ ਆ ਜੀ, ਥੋੜੇ ਹੀ ਆ। ਜੋਗਾਰਾਮ ਤੇ ਸੁਖਦੇਵ ਸਾਂਗਰੇ ਗਲਾਸਗੋ ਤੋਂ ਉਹ ਬਹੁਤ ਬਹੁਤ ਧੰਨਵਾਦ ਕਰ ਰਹੇ ਤੁਹਾਡਾ, ਖਾਸ ਕਰਕੇ ਮੈਂ ਸਾਹਿਬ। ਤੇ ਨਾਲ ਹੀ ਨਾਲ ਉਹ ਕਹਿ ਰਹੇ ਵੀ 100 ਇੰਨੇ ਅਸੀਂ ਖੁਸ਼ ਹਾਂ ਪ੍ਰੋਗਰਾਮ ਤੋਂ, ਉਹ 100 ਪਾਉਂਡ ਹੋਰ ਕਮੇਟੀ ਨੂੰ ਦਾਨ ਕਰ ਰਹੇ ਆ, ਬੁੱਧਵਿਆਰ ਨੂੰ ਦਾਨ ਕਰ ਰਹੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਨਾਲ ਨਾਲ ਨਵੇਂ ਸਾਲ ਦੀਆਂ ਫਿਰ ਵਧਾਈਆਂ ਦੇ ਰਹੇ ਆ, ਔਰ ਵਿਛੜੇ ਜੋ ਸਾਡੇ ਤੋਂ ਉਹਨਾਂ ਨੂੰ ਸ਼ਰਧਾਂਜਲੀਆਂ ਦੇ ਰਹੇ ਆ। ਨਾਲ ਹੀ ਨਾਲ ਔਰਮਨਾ ਕੌਰ ਜੀ, ਆਪਣੇ ਕੁਮਾਰੀ ਜੀ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ, ਵਿਛੜੇ ਨੂੰ ਵਧਾਈਆਂ, ਵਿਛੜਿਆਂ ਨੂੰ ਸ਼ਰਧਾਂਜਲੀ। ਅਮਿਤਾਭ ਬੱਚਨ, ਅਮਿਤਾਭ ਦਰਸ਼ਨਾ ਕੌਲਤਰ ਜੀ ਨਵੇਂ ਸਾਲ ਦੀਆਂ ਵਧਾਈਆਂ ਤੇ ਵਿਛੜਿਆਂ ਨੂੰ ਸ਼ਰਧਾਂਜਲੀ। ਗੁਰਦੇਵ ਕੌਲ ਵੱਲੋਂ ਵੀ ਨਵੇਂ ਸਾਲ ਦੀਆਂ ਵਧਾਈਆਂ ਔਰ ਵਿਛੜਿਆਂ ਨੂੰ ਸ਼ਰਧਾਂਜਲੀ ਜੀ। ਹਾਂਜੀ, ਆਪਣੇ ਕੋਲ ਮਿੰਟ ਇੱਕੋ ਹੀ ਰਹਿ ਗਿਆ। ਪਿਆਰੇ ਦਰਸ਼ਕੋ, ਸਿਰਫ ਇੰਨਾ ਹੀ ਦੱਸਣਾ ਚਾਹੁੰਦਾ ਕਿ ਜਿਸਲੇ 200 ਸਾਲ ਮਨਾ ਰਹੇ ਸੀਗੇ 1818 ਦੇ ਵਿੱਚ, ਉਸ ਟਾਈਮ ਦੇ ਵਿੱਚ ਤੁਸੀਂ ਸਾਰਿਆਂ ਨੇ ਟੈਲੀਵਿਜ਼ਨ ਦੇ ਉੱਤੇ ਦੇਖਿਆ ਕਿ ਜਾਤੀਵਾਦੀ ਜਿਹੜੇ ਲੋਕ ਸੀਗੇ ਹਾਂਜੀ, ਉਹਨਾਂ ਨੇ ਉੱਥੇ ਕੋਰੇਗਾਂ ਦੇ ਉੱਤੇ ਜੋ ਤਸ਼ੱਦਦ ਕੀਤਾ, ਭਗਵੇਂ ਝੰਡਿਆਂ ਦੇ ਨਾਲ, ਭਗਵੇਂ ਕੱਪੜੇ ਪਾ ਕੇ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਗਏ ਸਨ। ਉਹਨਾਂ ਦੀਆਂ ਗੱਡੀਆਂ ਫੂਕੀਆਂ। ਇੱਕ ਵਿਚਾਰਾ ਨੌਜਵਾਨ 18-19 ਸਾਲ ਦਾ ਉਹ ਮਾਰ ਦਿੱਤਾ। ਔਰ ਜੋ ਕੁਝ ਉਹਨਾਂ ਨੇ ਤਸ਼ੱਦਦ ਕੀਤਾ, ਰॉयट्स ਕੀਤੇ, ਔਰ ਉਹਦਾ ਵੀ ਖੁਨਿਆਜਾ ਮੁੜ ਕੇ ਇਹ ਆ ਕਿ ਜਿਹੜੇ ਸਾਡੇ ਲੋਕ ਸੀਗੇ ਜਦੋਜਹਿਦ ਕਰਨ ਵਾਲੇ, ਉਹ 15-16 ਹਾਲੇ ਜੇਲ੍ਹਾਂ ਚ ਆ, 3-4 ਤਾਂ ਉਹਨਾਂ ਨੂੰ ਜ਼ਮਾਨਤ ਤੇ ਛੱਡ ਦਿੱਤਾ। ਸੋ ਪਿਆਰੇ ਦਰਸ਼ਕੋ, ਖਿਮਾ ਚਾਹੁੰਦਾ ਹਾਂ, ਇਹ ਜਿਹੜਾ ਪ੍ਰੋਗਰਾਮ ਸੀਗਾ ਇਹਦੇ ਲਈ ਘੱਟੋ ਘੱਟ 2 ਘੰਟੇ ਚਾਹੀਦੇ ਸਨ, ਔਰ ਟਾਈਮ ਖਤਮ ਤੇ ਆ ਰਿਹਾ। ਤੁਹਾਡੇ ਮੰਨ ਲਓ ਜੀ, ਤੁਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ। ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਆਏ ਹੋ। ਨਾਲ ਹੀ ਨਾਲ ਗੌਤਮ ਜੀ ਦਾ ਔਰ ਬੱਦਨ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਕੋਈ ਟੈਲੀਫੋਨ ਤੇ ਸੇਵਾ ਕਰ ਰਹੇ ਆ। ਨਾਲ ਨਾਲ ਜਿਹਨਾਂ ਨੇ ਫੋਨ ਕੀਤੇ ਆ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਰਮੇਸ਼ ਦਾਦਰਾ ਜੀ ਦਾ, ਉਹ ਵੀ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਆ, ਸ਼ਰਧਾਂਜਲੀਆਂ ਦੇ ਰਹੇ ਆ। ਤਾਂ ਸਾਥੀਓ, ਪ੍ਰੋਗਰਾਮ ਕਿਸ ਤਰ੍ਹਾਂ ਲੱਗਾ ਤੁਸੀਂ ਟੈਲੀਫੋਨ ਕਰਕੇ ਸਾਨੂੰ ਦੱਸ ਸਕਦੇ ਹੋ। ਕੁਝ ਗਲਤੀ ਹੋ ਗਈ ਤਾਂ ਮਾफ़ ਕਰਨਾ। ਮੈਂ ਫਿਰ ਜੋ ਸਾਡੇ ਕੋਲ ਵਿਛੜ ਗਏ ਹਨ, ਬੀਬੀ ਬਚਨੀ ਜੀ, ਮਦਰੋਂ ਮਲ ਜੀ, ਔਰ ਸਾਡੇ ਸੰਤਰਾਮ ਜੀ ਬਰਮਿੰਘਮ ਤੋਂ, ਅਸੀਂ ਉਹਨਾਂ ਨੂੰ ਫਿਰ ਪ੍ਰਣਾਮ ਕਰਦੇ ਹਾਂ। ਔਰ ਨਾਲ ਇੱਥੇ ਦੱਸਦਾ ਜਾਵਾਂ ਕਿ 8 ਤਰੀਕ ਨੂੰ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੀ ਮੀਟਿੰਗ ਹੈ। ਤੁਸੀਂ 2 ਵਜੇ ਸ਼ੁਰੂ ਹੋਣੀ ਹੈ, ਤਾਂ 2 ਤੋਂ ਪਹਿਲਾਂ ਜ਼ਰੂਰ ਆ ਜਾਣਾ। ਪ੍ਰੋਗਰਾਮ ਸਮਾਪਤ ਹੈ। ਨਮੋ ਬੁੱਧਾਏ, ਜੈ ਭੀਮ, ਜੈ ਪ੍ਰਬੁੱਧ ਭਾਰਤ। ਥੈਂਕ ਯੂ ਜੀ।